TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਗਿੱਲ ਤੇ ਮੇਰੇ ਨਾਲ ਜੁੜੇ ਨੇ ਅੱਜ ਡਾਕਟਰ ਸੋਲਮਨ ਨਾਜ਼ ਜੀ, ਜਿਨ੍ਹਾਂ ਬਾਰੇ ਮੇਰੇ ਖਿਆਲ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ। ਸਾਡੇ ਟੋਰਾਂਟੋ ਦੇ ਤਾਂ ਸਾਰੇ ਜਾਣਦੇ ਦੋਸਤ ਮਿੱਤਰ ਕਿ ਡਾਕਟਰ ਸੋਲਮਨ ਨਾਜ਼ ਬੜੇ ਲੰਬੇ ਸਮੇਂ ਤੋਂ ਮੀਡੀਆ ਨਾਲ ਵੀ ਜੁੜੇ ਹੋਏ ਨੇ, ਹੋਰ ਵੀ ਕਾਫੀ ਸਾਰੀ ਸੋਸ਼ਲ ਐਕਟੀਵਿਟੀ ਨਾਲ ਉਹ ਹਮੇਸ਼ਾ ਜੁੜੇ ਰਹਿੰਦੇ ਨੇ। ਸੋ ਉਹਨਾਂ ਨਾਲ ਆਪਾਂ ਕੁਝ ਇੱਕ ਗੱਲਾਂ ਕਰਾਂਗੇ। ਬਹੁਤ ਜ਼ਿਆਦਾ ਸਮਝਦਾਰੀ ਰੱਖਦੇ ਨੇ ਡਾਕਟਰ ਸਾਹਿਬ, ਨਾ ਸਿਰਫ ਇੰਟਰਨੈਸ਼ਨਲ ਮਾਮਲਿਆਂ ਦੀ, ਕੈਨੇਡਾ ਦੀ ਸਿਆਸਤ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਨੇ, ਔਰ ਜਿਹੜੇ ਸਾਡੇ ਸੋਸ਼ਲ ਐਸਪੈਕਟ ਨੇ ਸਾਡੀ ਕਮਿਊਨਿਟੀ ਦੇ ਜੋ ਹੁੰਦੇ ਨੇ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਦੋਸਤਾਂ ਨਾਲ ਕਿ ਡਾਕਟਰ ਨਾਜ਼ ਕੋ ਜਿੰਨੀ ਪਕੜ, ਮੈਂ ਕਈ ਵਾਰ ਧਰਮ ਦੇ ਮਾਮਲਿਆਂ ਦੀ ਵੀ ਜੇ ਗੱਲ ਕਰਨਾ ਤਾਂ ਸਿੱਖ ਧਰਮ ਦੇ ਕਈ ਮਸਲੇ, ਕਈ ਗੱਲਾਂ ਬਾਤਾਂ ਜਿਹੜੀਆਂ ਸਾਡੇ ਪ੍ਰੀਸਟ ਵੀ ਨਹੀਂ ਸਾਨੂੰ ਸਮਝਾ ਸਕਦੇ, ਜਿਹੜੇ ਸਾਡੇ ਪ੍ਰਚਾਰਕ ਨੇ ਉਹ ਵੀ ਨਹੀਂ ਸਮਝਾ ਸਕਦੇ, ਡਾਕਟਰ ਸਾਹਿਬ ਬਹੁਤ ਬਰੀਕੀ ਨਾਲ ਸਿੱਖ ਧਰਮ ਦੀਆਂ ਚੀਜ਼ਾਂ ਵੀ ਸਮਝਾ ਦਿੰਦੇ ਹੁੰਦੇ ਆ। ਸੋ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦਾ ਕਰਾਂ ਜੀ ਸਵਾਗਤ। ਡਾਕਟਰ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਆ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ। ਆਪਾਂ ਬਹੁਤ ਦੇਰ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਬਹੁਤ ਸਾਰੇ ਨਿਊਜ਼ ਮੀਡੀਆ ਤੋਂ ਲੈ ਕੇ ਤੇ ਰੇਡੀਓ TV ਤੱਕ ਤੁਹਾਡੇ ਨਾਲ ਮੈਂ ਸੰਗਤ ਕਰਦਾ ਰਿਹਾ ਤੇ ਆਈ ਲਵ ਯੂ ਆਲ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ, ਬਹੁਤ ਤੁਹਾਡਾ ਧੰਨਵਾਦ। ਅੱਛਾ ਡਾਕਟਰ ਸਾਹਿਬ, ਆਪਾਂ ਥੋੜੀ ਜਿਹੀਆਂ ਗੱਲਾਂ ਕਰੀਏ। ਪਹਿਲਾਂ ਤਾਂ ਕਰੀਏ ਆਪਣੇ ਮੁਲਕ ਕੈਨੇਡਾ ਦੀਆਂ, ਜਿੱਥੇ ਸਾਡਾ ਹੁਣ ਸਾਰਾ ਭਵਿੱਖ ਇਹਦੇ ਨਾਲ ਜੁੜਿਆ ਹੋਇਆ। ਸਾਡੀ ਕਮਿਊਨਿਟੀ ਜਿਹੜੀ ਆ ਉਹ ਤੇ ਜਿੰਨੇ ਵੀ ਹੋਰ ਇਮੀਗ੍ਰੈਂਟ ਨੇ, ਵੈਸੇ ਤੇ ਮੁਲਕੀ ਇਮੀਗ੍ਰੈਂਟਸ ਦਾ ਕਿਹਾ ਜਾਂਦਾ ਹੈ, ਕੋਈ 10 ਸਾਲ ਪਹਿਲਾਂ ਆ ਗਿਆ, ਕੋਈ 50 ਸਾਲ ਪਹਿਲਾਂ ਆ ਗਿਆ, ਕੋਈ 100 ਸਾਲ ਪਹਿਲਾਂ ਆ ਗਿਆ, ਤੇ ਇਹ ਮੁਲਕ ਸਭ ਨੂੰ ਆਪਣੀ ਬੁੱਕਲ 'ਚ ਸਮਾਉਂਦਾ ਹੈ ਤੇ ਬਰਾਬਰ ਦੇ ਮੌਕੇ ਵੀ ਦਿੰਦਾ ਹੈ। ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਜਿਹੜੇ ਆ ਆਪਣੀ ਪਾਪੂਲੇਸ਼ਨ ਦੀ ਰੇਸ਼ੋ ਤੋਂ ਵੱਧ ਕੇ ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਾਂਦੇ ਨੇ। ਹਰ ਵਾਰੀ ਕਰੀਬ 1.5 ਦਰਜਨ ਦੇ ਕਰੀਬ MP ਪਿਛਲੀ ਵਾਰ ਵੀ ਗਏ ਸੀ। ਐਰਕੀ ਮੈਂ ਐਗਜ਼ੈਕਟਲੀ ਮੇਰੇ ਕੋਲ ਫਿਗਰ ਨਹੀਂ ਆ ਕਿ ਕਿੰਨੇ ਵਿਅਕਤੀ ਗਏ। ਵੈਸੇ ਜਿਹੜਾ ਸਾਡਾ ਪੀਲ ਏਰੀਆ ਇੱਥੇ ਤੇ ਕੰਪਲੀਟ ਲਿਬਰਲ ਪਾਰਟੀ ਵੱਲੋਂ ਜਿਹੜੇ ਕੰਪਲੀਟ ਕੈਂਡੀਡੇਟ ਹੁੰਦੇ ਆ ਉਹ ਜ਼ਿਆਦਾਤਰ ਆਪਣੀਆਂ ਕਮਿਊਨਿਟੀ 'ਚ ਹੁੰਦੇ ਆ, ਖਾਸ ਕਰਕੇ ਬਰੈਂਪਟਨ ਦੀਆਂ 5 ਰਾਈਡਿੰਗ। ਔਰ ਹਰ ਵਾਰੀ ਬਰੈਂਪਟਨ ਦੇ ਵਿੱਚ ਲੋਕ ਜਿਹੜੇ ਆ ਉਹ ਕੋਸ਼ਿਸ਼ ਹੁੰਦੀ ਹੈ, ਵੈਸੇ ਲਿਬਰਲ ਨਾਲ ਲੋਕੀ ਜ਼ਿਆਦਾ ਜਾਂਦੇ ਆ, ਪਰ ਇਸ ਵਾਰ ਦੀ ਇਲੈਕਸ਼ਨ ਅਲੱਗ ਸੀ। ਕੁਝ ਅਖੀਰਲੇ ਦਿਨਾਂ ਤੱਕ ਇੱਕ ਸਸਪੈਂਸ ਬਣਿਆ ਸੀਗਾ ਕਿ ਪਾਰਟੀ ਕਿਹੜੀ ਜਿਹੜੀ ਆ ਉਹ ਪਾਵਰ 'ਚ ਆ ਸਕਦੀ ਆ, ਕਿਉਂਕਿ ਹੰਗ ਪਾਰਲੀਮੈਂਟ ਦਾ ਤਾਂ ਪਹਿਲੇ ਦਿਨ ਤੋਂ ਹੀ ਅਹਿਸਾਸ ਹੋ ਗਿਆ ਸੀ ਸਭ ਨੂੰ। ਸੋ ਇਹ ਜਿਹੜਾ ਸਾਰੀ ਐਕਸਰਸਾਈਜ਼ ਕੀਤੀ ਆ ਟਰੂਡੋ ਸਾਹਿਬ ਨੇ, ਔਰ ਇਹਦੇ ਜੋ ਰਿਜ਼ਲਟ ਸਾਹਮਣੇ ਆਏ ਆ ਤੇ ਸਾਰਾ ਓਵਰਆਲ ਜੋ ਕੁਝ ਅਸੀਂ ਦੇਖ ਰਹੇ ਹਾਂ, ਪਹਿਲਾਂ ਤਾਂ ਤੁਸੀਂ ਦੱਸੋ ਤੁਸੀਂ ਕਿਸ ਨਜ਼ਰ ਨਾਲ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹੋ? ਬਹੁਤ ਬਹੁਤ ਧੰਨਵਾਦ। ਅਸਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕੰਪਲੈਕਸ ਹੈ। ਪਹਿਲੀ ਚੀਜ਼ ਜਦੋਂ ਤੁਸੀਂ ਗੱਲ ਹੀ ਕਰ ਰਹੇ ਸੀ ਇੰਟਰੋਡਕਸ਼ਨ ਦੀ, ਉਹ ਇਹ ਆ ਕਿ ਅੱਜ ਸਮਾਂ ਜਿਹਨੂੰ ਤੁਸੀਂ ਗਲੋਬਲ ਵਿਲੇਜ ਕਹਿ ਰਹੇ ਹੋ, ਉਹ ਇਸ ਲੈਵਲ 'ਤੇ ਆ ਪਹੁੰਚਿਆ ਕਿ ਉਹ ਸਾਰੀਆਂ ਕੌਮਾਂ ਜਾਂ ਉਹ ਸਾਰੀਆਂ ਨੇਸ਼ਨਸ ਜਾਂ ਮੁਲਕ ਜਿਨ੍ਹਾਂ 'ਚ ਅਬੰਡੈਂਸ, ਜਿਨ੍ਹਾਂ 'ਚ ਮੈਕਸਿਮਮ ਪਾਪੂਲੇਸ਼ਨ ਜਿਹੜੀ ਆ ਆਪਣੇ ਬਾਰਡਰਸ ਨੂੰ ਤੋੜ ਰਹੀਆਂ। ਭੁੱਖ ਦਾ ਨਾਮ ਵੀ ਲਿਆ ਜਾ ਸਕਦਾ, ਤੇ ਵੈਸੇ ਵੀ ਪਾਪੂਲੇਸ਼ਨ ਇੰਨੀ ਜ਼ਿਆਦਾ ਵੱਧ ਗਈ, ਜਿੱਦਾਂ ਚਾਈਨਾ ਵੀ ਹੈਗਾ, ਉਹਦੇ ਨਾਲ ਇੰਡੀਆ ਵੀ ਆ, ਇੰਡੋਨੇਸ਼ੀਆ, ਪਾਕਿਸਤਾਨ, ਔਰ ਇਹ ਸਾਰੇ ਉਹਨਾਂ 'ਚ ਇੱਕ ਗੱਲ ਤਾਂ ਸਾਹਮਣੇ ਆਉਣੀ ਸੀ ਇੱਕ ਦਿਨ ਸਾਡੇ, ਕਿ ਜਿਹੜੇ ਮੁਲਕ ਜਿਹੜੇ ਅੰਡਰ ਪਾਪੂਲੇਟਡ ਮੁਲਕ ਆ, ਉਹਨਾਂ ਦਾ ਇੱਕ ਐਥੀਕਲ ਮੋਰਲ ਸਦਾਚਾਰ ਕਹਿ ਲਓ, ਇੱਕ ਐਸਾ ਹਾਲਾਤ ਐਸੀ ਪੈਦਾ ਹੁੰਦੀ ਆ ਕਿ ਉਹ ਉਹਨਾਂ ਨੂੰ ਆਪਣੇ ਮੁਲਕਾਂ ਵਿੱਚ ਸਮੂਹ ਤੇ ਉਹਨਾਂ ਦੀ ਸ਼ਮੂਲੀਅਤ ਕਰ। ਪਰ ਉਹਦੇ ਨਾਲ ਸ਼ਮੂਲੀਅਤ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਉੱਥੇ ਲੋਕ ਫਲੱਡ ਹੋ ਕੇ ਆ ਜਾਣ, ਤੇ ਜਿਹੜੇ ਲੋਕਾਂ ਨੂੰ ਅਸੀਂ ਸਾਂਭ ਸਕਦੇ ਹਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਂਭ ਨਾ ਸਕਦੇ। ਇਸ ਲਈ ਉਹਦਾ ਸਿਸਟਮੈਟਿਕ ਤਰੀਕਾ, ਹੁਣ ਅੱਜ ਹੀ ਹੇਤੀ ਦੀ ਬੜੀ ਵੱਡੀ ਖਬਰ ਆ ਕਿ ਹੇਤੀ ਦੇ ਸਾਰੇ ਲੋਕ ਮੈਕਸੀਕੋ ਦੇ ਵਿੱਚ ਉੱਥੋਂ ਦੌੜ ਕੇ ਅਮਰੀਕਾ ਦੇ ਬਾਰਡਰ ਦੇ ਵਿੱਚ ਦਰਿਆਵਾਂ ਥਾਣੀ ਵੀ ਤੇ ਵੜਦੇ ਆ ਰਹੇ, ਕਿਉਂਕਿ ਉੱਥੇ ਹਾਲਾਤ ਇਹਨੇ ਭੈੜੇ ਹੋ ਗਏ ਹੈਗੇ ਫਲੱਡ ਦੇ ਨਾਲ ਤੇ ਭੂਚਾਲ ਦੇ ਨਾਲ,
ਕਿ ਉਹਨਾਂ ਨੂੰ ਸਾਂਭਣ ਵਾਲਾ ਕੋਈ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਅੱਜ ਜੇ ਸਾਡੇ ਵਿੱਚ ਲੋਕ ਧੱਕੇ ਨਾਲ ਨਹੀਂ, ਮੈਂ ਕਹੂੰਗਾ ਉਹ ਜ਼ੋਰ ਨਾਲ ਜਾਂ ਆਪਣੀ ਉਹਨਾਂ ਦੀ ਇਸ ਕਿਸਮ ਦੀ ਐਮਰਜੈਂਸੀ ਸੀ ਕਿ ਉਹ ਇੱਥੇ ਜੇ ਆ ਗਏ ਹੈਗੇ, ਤਾਂ ਉਹਦਾ ਇਹ ਨਹੀਂ ਮਤਲਬ ਕਿ ਅਸੀਂ ਉਹਨਾਂ ਨੂੰ ਸੰਭਾਲਣਾ ਨਹੀਂ ਚਾਹੁੰਦੇ ਜਾਂ ਨਹੀਂ ਸੰਭਾਲਦੇ। ਅਸੀਂ ਉਹਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ। ਮੈਂ ਮੁਬਾਰਕਬਾਦ ਦਿੰਦਾ, ਜਿਹੜੀ ਗੱਲ ਸਹੀ ਹੈਗੀ ਉਹ ਸਹੀ ਹੈਗੀ। ਬੇਸ਼ੱਕ ਮੈਂ ਲਿਬਰਲ ਪਾਰਟੀ ਨਾਲ ਕੋਈ ਤਾਲੁਕ ਨਹੀਂ ਰੱਖਦਾ, ਅਸਲ 'ਚ ਮੇਰਾ ਕਿਸੇ ਵੀ ਪਾਰਟੀ ਨਾਲ ਤਾਲੁਕ ਨਹੀਂ, ਮੈਂ ਇੱਕ ਇੰਡੀਪੈਂਡੈਂਟ ਹਾਂ। ਮੈਂ ਮਹਿਸੂਸ ਕਰਦਾ ਕਿ ਇਸ ਹਾਲਾਤ ਦੇ ਵਿੱਚ ਜਿੰਨੇ ਲੋਕ ਇੱਥੇ ਆਏ, ਜੇ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਸਕਦੇ ਤੇ ਸਾਨੂੰ ਕਹਿ ਦੇਣਾ ਚਾਹੀਦਾ ਕਿ ਦੈਟਸ ਇਟ, ਇਹਨੂੰ ਵੱਧ ਅਸੀਂ ਇਹਨਾਂ ਨੂੰ ਸਮੂਹ ਨਹੀਂ ਸਕਦੇ। ਤੇ ਇਸ ਲਈ ਲੋੜ ਪੈਂਦੀ ਆ ਕਿ ਉਹਨਾਂ ਲੋਕਾਂ, ਉਹ ਵੀ ਲੋਕ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਜਿਹੜੇ ਇੱਥੇ ਆਏ ਆ। ਅੱਛਾ, ਤੁਸੀਂ ਹੁਣ ਇਹ ਗੱਲ ਕੀਤੀ ਸੀ ਕਿ ਸਾਡੇ ਕਮ ਸੇ ਕਮ 19 ਪਿਛਲੀ ਮੀਟਿੰਗ ਦੇ ਵਿੱਚ ਜਾਂ ਪਿਛਲੀ ਪਾਰਲੀਮੈਂਟ ਦੇ ਵਿੱਚ 19 ਦੇ ਕਰੀਬ ਸਾਡੇ ਮੈਂਬਰ ਪਾਰਲੀਮੈਂਟ ਤੇ ਮੈਂਬਰ ਜਿਹੜੇ ਹੈਗੇ ਆ ਪ੍ਰੋਵਿੰਸ਼ੀਅਲ ਪਾਰਲੀਮੈਂਟ। ਇਹ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਇੰਨਾ ਕੁਛ ਨਹੀਂ ਜਿੰਨੀ ਅਸੀਂ ਤਰੱਕੀ ਕੀਤੀ ਹੈ। ਆਮ ਪ੍ਰਾਊਡ ਆਫ ਪੰਜਾਬੀਜ਼, ਖਾਸ ਕਰਕੇ ਜਿਨ੍ਹਾਂ ਨੇ ਇਸ ਕਿਸਮ ਦੀਆਂ ਤਰੱਕੀਆਂ ਜਾਂ ਇਸ ਕਿਸਮ ਦੇ ਮੱਲਾਂ ਮਾਰੀਆਂ। ਪਰ ਉਹਦੇ ਨਾਲ ਸਾਡੀਆਂ ਆਪਣੇ ਮਸਲੇ ਵੀ ਆ। ਮਿਸਾਲ ਦੇ ਤੌਰ 'ਤੇ ਮੈਡੀਕਲ ਸਿਸਟਮ ਸਾਡਾ, ਅਸੀਂ ਹੁਣ ਕਹਿ ਰਹੇ ਹਾਂ ਕਿ ਸਾਡੇ ਕੋਲ ਨਰਸਾਂ ਹੈ, ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਮੈਡੀਕਲ ਸਟਾਫ ਹੈ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਬਾਰਡਰ ਤੋੜ ਕੇ ਲੋਕਾਂ ਨੂੰ ਇੱਥੇ ਲੈ ਆਈਏ। ਇਸ ਪਾਲਿਸੀ ਨੂੰ ਸਾਹਮਣੇ ਰੱਖਦਿਆਂ ਹੋਇਆਂ ਹੀ ਟਰੂਡੋ ਨੇ ਜਦੋਂ ਉਹਨੇ ਕੋਈ 1.5 ਲੱਖ ਦੇ ਕਰੀਬ ਲੋਕਾਂ ਨੂੰ ਇੱਥੇ ਮਿਡਲ ਈਸਟ ਦੇ ਵਿੱਚੋਂ ਬੁਲਾ ਲਿਆ, ਸੀਰੀਆ 'ਚੋਂ ਖਾਸ ਕਰਕੇ, ਤੇ ਉਹਦੇ ਦਿਮਾਗ 'ਚ ਇਹ ਆਈ ਸੀ, ਬਾਕੀ ਕਰੋਨਾ ਵਾਰਫੇਅਰ ਦੇ ਉੱਤੇ ਵੀ ਉਹਨੇ ਦਰਵਾਜ਼ੇ ਖੋਲ੍ਹ ਦਿੱਤੇ, ਤੇ ਉਹਦੇ ਦਿਮਾਗ 'ਚ ਇਹ ਗੱਲ ਬੈਠ ਗਈ ਕਿ ਇਹ ਬੈਸਟ ਟਾਈਮ ਹੈ ਕਿ ਜੇ ਮੈਂ ਇਸ ਵੇਲੇ ਇਲੈਕਸ਼ਨ ਕਾਲ ਕਰਾਂ ਤਾਂ ਮੈਂ ਜਿੱਤ ਜਾਵਾਂ। ਹਾਲਾਂਕਿ ਜਿਹੜੀਆਂ ਵੀ ਜਿੱਥੇ ਉਹਨਾਂ ਦੀ ਕੰਪੇਨ ਹੋ ਰਹੀ ਸੀ, ਤੁਹਾਨੂੰ ਪਤਾ ਕਿ ਲੋਕਾਂ ਨੇ ਬਹੁਤ ਉਹਦਾ ਵਿਰੋਧ ਕੀਤਾ, ਇੱਥੋਂ ਤੱਕ ਕਿ ਸਟੋਨ ਵੀ ਮਾਰੇ, ਗਾਲਾਂ ਕੱਢੀਆਂ। ਪਰ ਮੈਂ ਮਹਿਸੂਸ ਕਰਦਾ ਕਿ ਇਹ ਗਾਲਾਂ ਕੱਢਣੀਆਂ ਜਾਂ ਸਟੋਨ ਸਿੱਟਣੇ ਇਹ ਸਾਡੀ ਸਿਆਸਤ ਨਹੀਂ ਹੈ। ਪਰ ਉਹਦੇ ਨਾਲ ਜਿਹੜਾ ਲੋਕਾਂ ਦਾ ਗਰਜ ਸੀ, ਬੇਸ਼ੱਕ ਉਹ ਇਸ ਪਾਸੇ ਨੂੰ ਸੀ, ਪਰ ਅਸਲ ਵਿੱਚ ਗਰਜ ਇਹੋ ਹੀ ਸੀ ਕਿ ਅਨਵਾਂਟਡ ਇਮੀਗ੍ਰੇਸ਼ਨ ਜਿਹੜੀ ਹੈ ਉਹ ਸਾਡੇ ਲਈ ਠੀਕ ਨਹੀਂ ਸਾਬਤ ਹੋਏਗੀ ਅਲਟੀਮੇਟਲੀ। ਤੇ ਇਸ ਕਰਕੇ ਫਿਰ ਅਸੀਂ ਦੇਖਦੇ ਕਿ ਟਰੂਡੋ ਫਿਰ ਮਾਈਨੋਰਟੀ ਗਵਰਨਮੈਂਟ 'ਚ ਆਇਆ। ਜਿਹੜੀ ਪਹਿਲੀ ਗਵਰਨਮੈਂਟ ਚੱਲ ਰਹੀ ਸੀ ਉਹਨੇ ਸੋਚਿਆ ਕਿ ਇਹ ਠੀਕ ਨਹੀਂ ਹੈਗੀ, ਉਹ NDP ਦੀ ਮਦਦ ਨਾਲ ਚੱਲ ਰਹੀ ਸੀ, ਤੇ ਜੇ ਉਹ ਤੋੜ ਕੇ ਹੁਣ ਜੇ ਉਹ ਪੂਰੀ ਤੌਰ 'ਤੇ ਉੱਤੇ ਮੈਜੋਰਟੀ ਨਹੀਂ ਲੈ ਸਕਿਆ ਤੇ ਇਹਦਾ ਮਤਲਬ ਇਟਸ ਟੋਟਲ ਫੇਲਰ ਆਫ ਹਿਸ ਪਾਲਿਸੀ। ਤੇ ਲੋਕਾਂ ਦਾ ਜਿਹੜਾ ਇਹਦੇ ਲਈ ਐਟੀਟਿਊਡ ਰੈਪਰਕਸ਼ਨ ਉਹਦਾ ਇਹ ਆ ਕਿ ਉਹਨਾਂ ਨੇ ਵੋਟ ਨਹੀਂ ਪਾਏ ਤਾਂ ਕਿ ਮਤਲਬ ਉਹ ਮੈਜੋਰਟੀ ਦੇ ਵਿੱਚ ਰਹਿ ਸਕੇ। ਇਹ ਉਹਦੇ ਲਈ ਸਾਬਤ ਹੋ ਜਾਣਾ ਚਾਹੀਦਾ ਟਰੂਡੋ ਸਾਹਿਬ ਲਈ ਕਿ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਕਿ ਲੋਕਾਂ ਨੂੰ, ਹਾਂ ਇਸ ਗੱਲ ਦਾ ਸੱਚੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਲੈਣਾ ਚਾਹੁੰਦੇ ਹਾਂ, ਵੀ ਲਵ ਦੈਮ, ਪੀਪਲ ਕਮ, ਲੇਕਿਨ ਇਹਦਾ ਇਹ ਵੀ ਮਤਲਬ ਨਹੀਂ ਹੈਗਾ ਕਿ ਇੰਨੇ ਲੋਕ ਧੱਕੇ ਦੇ ਕੇ ਇੱਥੇ ਆ ਵੜਨ ਕਿ ਸਾਡੀ ਇਕਨੋਮੀ ਦੇ ਉੱਤੇ ਇਸ ਵੇਲੇ 1.3 ਟ੍ਰਿਲੀਅਨ ਡੈਟ ਹੈ ਸਾਡੀ। ਔਰ ਇਸ ਇਲੈਕਸ਼ਨ ਜਦੋਂ ਇੱਦਾਂ ਦੇ ਹਾਲਾਤ ਵਿੱਚ ਹੀ ਅਸੀਂ ਗੁਜ਼ਰ ਰਹੇ ਕਰੋਨਾ ਦੇ ਵਾਰਫੇਅਰ ਦੇ ਵਿੱਚ ਦੀ, ਤੇ ਸਾਡੇ ਉੱਤੇ 600 ਮਿਲੀਅਨ ਹੋਰ ਬਜਟ ਸਾਡੇ 'ਤੇ ਠੱਪ ਦੇਣਾ, ਖਰਚਾ ਠੱਪ ਦੇਣਾ ਇਸ ਇਲੈਕਸ਼ਨ ਦਾ, ਉਸ ਨੂੰ ਮੈਂ ਕਦੀ ਵੀ ਜਾਇਜ਼ ਨਹੀਂ ਸਮਝਦਾ। ਜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਪਰ ਇਹਦੇ ਬਾਵਜੂਦ ਦੋ ਤਿੰਨ ਚੀਜ਼ਾਂ ਤੁਹਾਡੀ ਗੱਲਬਾਤ 'ਚ ਉੱਭਰ ਕੇ ਸਾਹਮਣੇ ਆ। ਇੱਕ ਤੇ ਜਿਹੜਾ ਵਿਰੋਧ ਹੋਇਆ, ਮੈਨੂੰ ਕਿਤੇ ਨਾ ਕਿਤੇ ਲੱਗਦਾ ਡਾਕਟਰ ਸਾਹਿਬ ਉਹ ਵਿਰੋਧ ਦਾ ਕਾਰਨ ਭਾਵੇਂ ਕੁਝ ਵੀ ਹੋਵੇ, ਪਰ ਉਹਦੇ 'ਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਉਹ ਸੀਗੀ ਸਾਡੀ ਜਿਹੜੀ ਉਹ ਸੋਚ ਹੈ ਕਿ ਐਂਟੀ ਵੈਕਸੀਨ ਜਿਹੜੇ ਪੀਪਲ ਸੀਗੇ, ਉਹਦੀ ਬੜੀ ਚੱਲ ਰਹੀ ਹੈ ਚਰਚਾ ਹੁਣ ਵੀ। ਇੱਥੋਂ ਤੱਕ ਖਬਰ ਆ ਰਹੀ ਆ ਕਿ ਸਾਡੇ ਜਿਹੜੇ ਪ੍ਰੀਮੀਅਰ ਸਾਹਿਬ ਨੇ ਡਗ ਫੋਰਡਰੀ, ਉਹਨਾਂ ਦੀ ਬੇਟੀ ਵੱਡੀ ਜਿਹੜੀ ਆ ਉਹ ਵੀ ਉਸ ਐਜੀਟੇਸ਼ਨ 'ਚ ਕੰਮ ਕਰ ਰਹੀ ਆ ਔਰ ਉਹ ਐਂਟੀ ਵੈਕਸੀਨ ਲੌਬਿੰਗ ਕਰ ਰਹੇ ਆ।
ਆਪਾਂ ਰੋਜ਼ ਖਬਰਾਂ ਪੜ੍ਹਦੇ ਜੈਸਨ ਕੈਨੀ ਦਾ ਕੀ ਬੁਰਾ ਹਾਲ ਹੋ ਰਿਹਾ, ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਪ੍ਰੀਮੀਅਰਸ਼ਿਪ ਛੱਡਣੀ ਪੈ ਜੇ। ਉਹਨਾਂ ਨੇ ਕੋਸ਼ਿਸ਼ ਕੀਤੀ ਆਪਣਾ ਹੈਲਥ ਮਿਨਿਸਟਰ ਬਦਲ ਕੇ ਕੋਈ ਨਾ ਕੋਈ ਆਪਣਾ ਰਾਹ ਸਖਾਲਾ ਕਰਨ ਦੀ, ਪਰ ਉੱਥੇ ਪ੍ਰੈਸ਼ਰ ਉਹਨਾਂ ਤੇ ਕਾਫੀ ਆ। ਪਰ ਉਹਦੇ ਉਲਟ ਕਿਹਾ ਜਾ ਰਿਹਾ ਹੈ ਕਿ ਅਲਬਰਟਾ ਦੇ ਵਿੱਚ ਜਿਹੜੇ ਕੁਝ ਲੋਕ ਜਿਹੜੇ ਬਿਲਕੁਲ ਹੀ ਕੰਜ਼ਰਵੇਟਿਵ ਸੋਚ ਦੇ ਲੋਕ ਨੇ, ਉਹਨਾਂ ਨੇ ਇੱਕ ਪਾਰਟੀ ਕੀਤੀ ਜਾਂ ਇਕੱਠ ਕੀਤਾ, ਉਹਦੇ ਵਿੱਚ ਉਹਨਾਂ ਨੇ ਬੈਂਕਟ ਹਾਲ ਦੇ ਵਿੱਚ, ਔਰ ਉਹਨਾਂ ਨੇ ਖੁਦ ਜਿਹੜਾ ਹੈਗਾ ਵਾਇਰਸ ਉਹ ਆਪਣੇ ਆਪ ਦੇ ਵਿੱਚ ਇੰਜੈਕਟ ਕੀਤਾ ਇਸੇ ਕੋਵਿਡ ਦਾ, ਔਰ ਲੋਕਾਂ ਨੂੰ ਦੱਸਿਆ ਕਿ ਸਾਰੀ ਜਿਹੜੀ ਮੈਡੀਸਨ ਆ ਇਹ ਵੀ ਫਰਾਡ ਆ, ਕੋਵਿਡ ਵੀ ਫਰਾਡ ਆ, ਦੇਖੋ ਸਾਨੂੰ ਕੁਝ ਵੀ ਨਹੀਂ ਹੋਣ ਲੱਗਾ। ਪਰ ਬਾਅਦ ਚ ਉਹਨਾਂ ਚੋਂ ਬਹੁਤ ਸਾਰੇ ਲੋਕ ਸੀਰੀਅਸਲੀ ਬਿਮਾਰ ਹੋਏ, ਉਹਨਾਂ ਨੂੰ ਹਸਪਤਾਲ 'ਚ ਜਾਣਾ ਪਿਆ, ਔਰ ਉਹਨਾਂ ਚੋਂ ਜ਼ਿਆਦਾਤਰ ICUs ਨੇ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਵੈਕਸੀਨ ਦੇ ਅਗੇਂਸਟ ਜਿਹੜੀ ਲੌਬੀ ਹੋ ਰਹੀ ਆ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਕੀ ਇਹ ਸੱਚਮੁੱਚ ਹੀ ਫਰਾਡ ਹੈ, ਜਾਂ ਇਹ ਸੱਚਮੁੱਚ ਹੀ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਮਹਾਮਾਰੀ ਜਿਹੜੀ ਹੈਗੀ ਨਹੀਂ ਗੀ? ਇਹਦੇ ਤੇ ਥੋੜੀ ਜਿਹੀ ਆਪਾਂ ਚਰਚਾ ਅੱਜ ਕਰੀਏ। ਹਰਜੀਤ ਜੀ, ਇੱਕ ਚੀਜ਼ ਤਾਂ ਮੈਂ ਕਹੂੰਗਾ ਕਿ 1914 ਦੇ ਵਿੱਚ ਜਿਹੜੀ ਸੀ ਨਾ, ਜਿਹੜੀ ਸਭ ਤੋਂ ਵੱਡੀ ਪਲੇਗ ਫੈਲੀ ਸੀ, ਜਿਹੜੀ ਇੰਟਰਨੈਸ਼ਨਲ ਐਪੀਡੈਮਿਕ ਇਹ ਬਣਿਆ ਇੱਕਦਮ। ਸਪੈਨਿਸ਼ ਪਲੇਗ ਜਿਹਨੂੰ ਕਹਿੰਦੇ ਆ, ਸਪੇਨ ਤੋਂ ਸ਼ੁਰੂ ਹੋਈ ਸ਼ਾਇਦ ਜੀ। ਸਪੈਨਿਸ਼ ਪਲੇਗ ਕਹਿੰਦੇ ਸੀ ਜਿਹਨੂੰ, ਮੇਰੇ ਖਿਆਲ ਸਪੇਨ ਤੋਂ ਸ਼ੁਰੂ ਹੋਈ ਸੀ ਜਿਹੜੀ। ਹਾਂਜੀ, ਹਿੰਦੁਸਤਾਨ ਦੇ ਵਿੱਚ ਵੀ ਮਿਲੀਅਨਸ ਆਫ ਪੀਪਲ ਡਾਈਡ, ਪਰ ਅਲਟੀਮੇਟਲੀ ਸਾਡੇ ਕੋਲ ਹੈ ਕੁਝ ਨਹੀਂ ਸੀ। ਅਲਟੀਮੇਟਲੀ ਅਸੀਂ ਉਹਦਾ ਇਲਾਜ ਲੱਭਿਆ। ਇਬੋਲਾ ਵਾਇਰਸ ਤੇ ਹੋਰ ਇਸ ਕਿਸਮ ਦੀਆਂ ਐਫਲੂਐਂਜ਼ਾ ਤੇ ਹੋਰ ਇਸ ਕਿਸਮ ਦੇ ਡੇਂਗੂ ਵਗੈਰਾ ਬਿਮਾਰੀਆਂ। ਮੈਂ ਕਹਿੰਦਾ ਕਿ ਅਕੋਰਡਿੰਗ ਟੂ ਦਾ ਸਾਇੰਟੀਫਿਕ ਸਿਚੁਏਸ਼ਨ ਕਿਸੇ ਵੀ ਚੀਜ਼ ਦਾ ਸਾਡੇ ਕੋਲ ਇੱਕ ਐਬਸੋਲੂਟ ਹੱਲ ਨਹੀਂ ਲੱਭ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਪਰ ਅਸੀਂ ਇਹ ਸਾਰੇ ਜਿੰਨੀਆਂ ਇਬੋਲਾ ਵਾਇਰਸ ਤੇ ਜਿੰਨੀਆਂ ਆਈਆਂ, ਅਸੀਂ ਉਹਨਾਂ ਦਾ ਹੱਲ ਤਾਂ ਲੱਭਿਆ ਕੁਛ ਨਾ ਕੁਛ ਲੱਭਿਆ। ਹੁਣ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਤਾਂ ਮਰੀ ਪਈ, ਉਹਦਾ ਸਬਬ ਇਹੋ ਹੀ ਸੀ ਕਿ ਅਸੀਂ ਵੀ ਵਰ ਨਾਟ ਪ੍ਰੀਪੇਅਰਡ, ਵੀ ਡੋਂਟ ਨੋ, ਸਾਨੂੰ ਨਹੀਂ ਪਤਾ ਸੀ ਕਿ ਕੀ ਹੋਣਾ। ਤੇ ਜੇ ਹੁਣ ਅਸੀਂ ਉਹਦਾ ਹੱਲ ਲੱਭਿਆ ਜਿੱਤੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਖਰਚ ਕੀਤੇ, 640 ਮਿਲੀਅਨ ਸਿਰਫ ਕੈਨੇਡਾ ਨੇ ਖਰਚ ਕੀਤਾ, ਅਜੇ 29 ਮਿਲੀਅਨ ਹੋਰ ਉਹਨਾਂ ਨੇ ਉਹਦੇ ਲਈ ਸੈਂਕਸ਼ਨ ਕੀਤਾ ਗਿਆ। ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਸਿਰ ਫਿਰਾ ਮੇਰੇ ਵਰਗਾ ਉੱਠ ਕੇ ਕਹਿ ਰਿਹਾ ਕਿ ਨਹੀਂ ਜੀ ਸਾਨੂੰ ਨਹੀਂ ਇਹ ਚਾਹੀਦਾ, ਤਾਂ ਓਕੇ, ਇਹ ਮੈਨੂੰ ਦੱਸੋ ਕਿ ਇਹਦੇ ਬਾਅਦ ਜੇ ਇਹ ਠੀਕ ਨਹੀਂ ਹੈਗਾ ਤੁਹਾਡੇ ਕੋਲ ਅਲਟਰਨੇਟਿਵ ਨਥਿੰਗ। ਤੇ ਜੇ ਨਹੀਂ ਹੈ ਤੇ ਇਹ ਤੋਂ ਪਹਿਲਾਂ ਵੀ ਸਾਡੇ ਕੋਲ ਬਿਮਾਰੀਆਂ ਜਿਹੜੀਆਂ ਸੀਗੀਆਂ ਇਸ ਕਿਸਮ ਦੀਆਂ ਅਜੇ ਵੀ ਹੈ। ਏਡਸ ਦੀ ਬਿਮਾਰੀ ਆਈ ਹੈ, ਇਹ ਨਹੀਂ ਕਿ ਅਸੀਂ ਟੋਟਲ ਉੱਤੇ ਕੰਪਲੀਟ ਉੱਤੇ ਕੰਟਰੋਲ ਕਰ ਰਹੇ ਹਾਂ, ਪਰ ਅਸੀਂ ਕੀਤਾ ਤਾਂ ਹੈ ਨਾ ਕੁਛ ਨਾ। ਇਸੇ ਤਰ੍ਹਾਂ ਹਾਰਟ ਦੀਆਂ ਡਿਜ਼ੀਜ਼ਸ ਸੀ, ਅਸੀਂ ਕੰਟਰੋਲ ਕੀਤਾ, ਬਟ ਦੈਟਸ ਨਾਟ ਦਾ ਫੁੱਲ ਸੋਲੂਸ਼ਨ ਫਾਰ ਦੈਟ। ਇਸ ਲਈ ਇਹ ਅਸੀਂ ਲੱਭਿਆ। ਹੋ ਸਕਦਾ ਆਉਣ ਵਾਲੇ ਵਕਤ 'ਚ ਸਾਡੇ ਡਾਕਟਰ, ਮੈਨੂੰ ਪੂਰਾ ਕੌਨਫੀਡੈਂਸ ਹੈ, ਸਾਇੰਟਿਸਟ ਇੱਥੇ ਵਰਕ ਕਰ ਰਹੇ, ਇਹਦੇ ਤੋਂ ਬੈਟਰ ਦਵਾਈ ਵੀ ਲੱਭ ਲੈਣਗੇ। ਪਰ ਜੋ ਕੁਝ ਜੇ ਸਾਡੇ ਕੋਲ ਲੱਭਿਆ ਉਹਨੂੰ ਵੀ ਤੁਸੀਂ ਡਿਸਕਾਰਡ ਕਰਦੇ ਹੋ, ਤਾਂ ਮੈਂ ਇਹ ਕਿਹਾ ਸੀ ਕਿ ਜਿਹੜੇ ਇਹਨੂੰ ਡਿਸਕਾਰਡ ਕਰਦੇ ਉਹਨਾਂ ਨੂੰ ਕਹੋ ਕਿ ਭਾਈ ਅਸੀਂ ਇੰਨੇ ਬਿਲੀਅਨਸ ਆਫ ਡਾਲਰ ਸਾਰੀ ਵਰਲਡ ਨੇ ਉੱਤੇ ਖਰਚ ਕਰਤਾ, UN ਨੇ ਵੀ ਖਰਚ ਕੀਤਾ ਇਹ ਲੱਭਣ ਲਈ। ਜੇ ਤੁਹਾਨੂੰ ਇਹ ਪਸੰਦ ਨਹੀਂ ਹੈਗਾ, ਮੈਂ ਕੈਨੇਡਾ ਦੇ ਰੈਫਰੈਂਸ ਕਹਿੰਦਾ, ਤੇ ਇੱਦਾਂ ਕਰੋ, ਅਸੀਂ ਤੁਹਾਡੇ ਨਹੀਂ ਲਾਉਂਦੇ ਇੰਜੈਕਸ਼ਨ, ਪਰ ਜੇ ਤੁਸੀਂ ਬਿਮਾਰ ਹੋਏ ਤੇ ਫਿਰ ਜਿੰਨਾ ਖਰਚਾ ਆਊਗਾ ਤੁਸੀਂ ਦਿਓ। ਸਾਡੇ ਕੋਲ ਇੱਕ ਅਲਟਰਨੇਟਿਵ ਹੈ ਕਿ ਅਸੀਂ ਉਹਦਾ ਹੱਲ ਲੱਭੇ। ਜੇ ਤੁਹਾਨੂੰ ਉਹ ਨਹੀਂ ਪਰਫੈਕਟ ਲੱਗਦਾ ਤੇ ਤੁਸੀਂ ਲੱਭ ਕੇ ਦੱਸੋ ਸਾਨੂੰ, ਤੁਸੀਂ ਕੀ ਲੱਭਦੇ ਹੋ। ਕਹਿ ਦੇਣਾ ਬਹੁਤ ਆਸਾਨ ਹੈ ਕਿ ਆਹ ਚੀਜ਼ ਗਲਤ ਹੈ, ਪਰ ਉਹਦੇ ਲਈ ਤੁਸੀਂ ਸੋਲੂਸ਼ਨ ਕੀ ਦਿੰਦੇ, ਦੈਟ ਇਜ਼ ਅ ਮੇਨ ਜੀ। ਪਰ ਡਾਕਟਰ ਸਾਹਿਬ, ਅਸਲ 'ਚ ਜਿਹੜਾ ਕੈਨੇਡਾ ਵਰਗਾ ਮੁਲਕ ਆ, ਜਦੋਂ ਇਹ ਮਤਲਬ ਜਿਹੜੇ ਇੱਥੋਂ ਦੇ ਚਾਰਟਰ ਆਫ ਜਿਹੜਾ ਹੈਗਾ ਰਾਈਟਸ, ਉਹਦੇ ਵਿੱਚ ਕਿਸੇ ਨੂੰ ਆਪਾਂ ਮਜਬੂਰ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਖਾਸ ਕੇ। ਔਰ ਹੁਣ ਜਿਹੜੇ ਹੈਲਥ ਵਾਲੇ ਵਰਕਰ ਨੇ ਜਾਂ ਸਕੂਲ ਜਾਣ ਵਾਲੇ ਬੱਚੇ ਆ ਜਾਂ ਸਕੂਲ ਦੇ ਟੀਚਰਸ ਨੇ ਜਿਨ੍ਹਾਂ ਨੇ ਆਮ ਪਬਲਿਕ 'ਚ ਜਾਣਾ ਹੁੰਦਾ, ਉਹਨਾਂ ਵਾਸਤੇ ਮੈਂਡੇਟਰੀ ਕਰਨ ਦੀ ਗੱਲ ਕਰ ਰਹੇ ਸੀਗੇ, ਤੇ ਤਾਂ ਕਰਕੇ ਵੀ ਇਹ ਸ਼ਾਇਦ ਉਬਾਲ ਉੱਠਿਆ ਕਿ ਜੀ ਨਹੀਂ ਜੀ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਨਹੀਂ ਕਰ ਸਕਦੇ। ਤੇ ਇਹਦੇ ਪਿੱਛੇ ਕਿਹੜੀਆਂ ਫੋਰਸ ਨੇ ਜਿਹੜੀਆਂ ਕੰਮ ਕਰਦੀਆਂ ਨੇ? ਕਿਤੇ ਨਾ ਕਿਤੇ ਮੈਨੂੰ ਕੋਈ ਅੱਜ ਸੱਜਣ ਕਹਿ ਰਹੇ ਸੀਗੇ, ਮੈਂ ਮਾਫੀ ਚਾਹਾਂਗਾ ਜੇ ਮੈਂ ਗਲਤ ਹਾਂ, ਕਿ ਇਹਦੇ ਪਿੱਛੇ ਕੈਥੋਲਿਕ ਚਰਚ ਦੇ ਜਿਹੜੇ ਪਾਦਰੀ ਹੈ ਸ਼ਾਇਦ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੈ ਹੱਥ, ਕਿ ਨਹੀਂ ਜੀ ਇਹ ਸਭ ਫਜ਼ੂਲ ਹੁੰਦਾ, ਇਹਦਾ ਕੋਈ ਫਾਇਦਾ ਨਹੀਂ। ਮੇਰੇ ਖਿਆਲ ਹੈ ਜਿਹੜੀ ਚਰਚਸ ਦੀ ਸਿਚੁਏਸ਼ਨ ਹੈ, ਮੈਂ ਆਮ ਵੈਲ ਅਵੇਅਰ ਆਮ ਕ੍ਰਿਸਚੀਅਨ ਜੀ। ਚਰਚਸ ਸਾਰੇ, ਪੋਪ ਹੈਜ਼ ਨੈਵਰ ਗਿਵਨ ਐਨੀ ਸਟੇਟਮੈਂਟ ਔਨ ਇਟ, ਜਿਨ੍ਹਾਂ ਚਿਰ ਪੋਪ ਨਾ ਕਹੇ, ਜਿਹੜੇ ਜੇ ਕੋਈ ਐਵੇਂ ਸਿਰ ਫਿਰਾ ਕਹੀ ਜਾਂਦਾ ਤਾਂ ਉਹਦੀ ਮਰਜ਼ੀ ਹੈ। ਪਰ ਮੈਂ ਇਹ ਕਹੂੰਗਾ ਗੱਲ ਕਿ
ਜੇ ਇਹ ਚੀਜ਼ਾਂ ਸਾਡੇ ਕੋਲ ਜੋ ਕੁਝ ਵੀ ਆਰ ਇਨ ਦਾ ਪ੍ਰੋਸੈਸ ਸਟਿਲ ਟੂ ਫਾਈਂਡ ਦਾ ਬੈਸਟ ਕਿਉਰ ਜਿਹੜੇ ਆਉਣ ਵਾਲੇ ਵਕਤ ਦੇ ਵਿੱਚ ਅੱਛੇ ਹੋ ਜਾਣਗੇ। ਮੈਂ ਦੋਨੋਂ ਇੰਜੈਕਸ਼ਨ ਲਵਾਏ ਆ, ਮੈਨੂੰ ਕੋਈ ਉਹਦਾ ਸਾਈਡ ਇਫੈਕਟ ਨਹੀਂ। ਬਿਲਕੁਲ। ਬਹੁਤ ਸਾਰੇ ਲੋਕ ਨੇ, ਜੇ ਮੈਜੋਰਿਟੀ ਆਫ ਪੀਪਲ ਸੇ ਇਟ ਇਜ਼ ਗੁੱਡ ਫॉर ਅ ਵਾਈਲ, ਆਉਣ ਵਾਲੇ ਵਕਤ 'ਚ ਅਸੀਂ ਇਹਨੂੰ ਵੀ ਬੈਟਰ ਲੱਭ ਲਾਂਗੇ। That's what I believe. ਜੀ ਬਿਲਕੁਲ ਡਾਕਟਰ ਸਾਹਿਬ, ਕੁਝ ਲੋਕਾਂ ਨੂੰ ਇਦਾਂ ਲੱਗਦਾ ਹੈ ਕਿ ਜਿਹੜੀਆਂ ਇਹ ਕੰਪਨੀਆਂ ਨੇ ਇਹਨਾਂ ਨੇ ਬਿਲੀਅਨਸ ਡਾਲਰ ਇੱਥੋਂ ਬਣਾ ਲਏ, ਇਹ 'ਚ ਕੋਈ ਸ਼ੱਕ ਨਹੀਂ ਆ, ਪਰ ਨਾਲ ਦੀ ਨਾਲ ਉਹ R&D ਦੇ ਉੱਤੇ ਹੁਣ ਉੱਚੋਂ ਪੈਸਾ ਖਰਚਣ ਨੂੰ ਤਿਆਰ ਨੇ। ਉਹ ਕਹਿ ਰਹੇ ਨੇ ਕਿ ਅਸੀਂ ਜਿਹੜੀਆਂ ਬਿਮਾਰੀਆਂ ਦੇ ਹੁਣ ਤੱਕ ਪਰਫੈਕਟ ਇਲਾਜ ਨਹੀਂ, ਜਿਵੇਂ ਕੈਂਸਰ ਹੈ, ਮੇਰੇ ਖਿਆਲ 'ਚ ਇਹਨਾਂ 'ਚੋਂ ਇੱਕ ਕੰਪਨੀ ਜਿਹੜੀ ਫਾਈਜ਼ਰ ਹੈ, ਸ਼ਾਇਦ ਉਹਨੇ ਕਿਹਾ ਕਿ ਮੈਂ ਹੁਣ ਕੈਂਸਰ ਦਾ ਪਰਫੈਕਟ ਇਲਾਜ ਲੱਭਾਂਗਾ ਕਿਉਂਕਿ ਉਹਨਾਂ ਕੋਲ ਸਾਡੇ ਕੋਲ ਸਫੀਸ਼ੀਐਂਟ ਫੰਡ ਨੇ, ਅਸੀਂ ਉੱਤੇ ਰਿਸਰਚ ਕਰਾਂਗੇ। ਦੂਜੀ ਨੇ ਕਿਹਾ ਕਿ ਅਸੀਂ ਡਾਇਬਟੀਜ਼ ਦੇ ਉੱਤੇ ਕੁਝ ਨਾ ਕੁਝ ਕਰਾਂਗੇ। ਵੈਸੇ ਤੇ ਡਾਇਬਟੀਜ਼ ਦੇ ਬਾਰੇ ਅੱਗੇ ਕਿਹਾ ਜਾਂਦਾ ਹੈ ਕਿ ਇਹਦਾ ਹੱਲ ਹੈ ਸਟੈਮ ਸੈਲ ਟੈਕਨੋਲੋਜੀ, ਪਰ ਕਿਤੇ ਨਾ ਕਿਤੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦੇ ਚੱਲਦਿਆਂ ਇਹ ਚੀਜ਼ਾਂ ਪਬਲਿਕ 'ਚ ਨਹੀਂ ਹੋ ਰਹੀਆਂ। ਸਰਕਾਰਾਂ ਤੇ ਪ੍ਰੈਸ਼ਰ ਹੈ, ਜਿੱਦਾਂ ਗਨ ਵਾਲਿਆਂ ਦਾ ਪ੍ਰੈਸ਼ਰ ਹੁੰਦਾ, ਇਸੇ ਤਰ੍ਹਾਂ ਹੀ ਮੈਡੀਸਨ ਬਣਾਉਣ ਵਾਲੀਆਂ ਕੰਪਨੀਆਂ ਦਾ ਹੁੰਦਾ ਕਿ ਜੇਕਰ ਇਹਨਾਂ ਚੀਜ਼ਾਂ ਦੇ ਪਰਮਾਨੈਂਟ ਇਲਾਜ ਆ ਗਏ ਤੇ ਫਿਰ ਸਾਡੀਆਂ ਮੈਡੀਸਨ ਕਿੱਦਾਂ ਵਿਕਣਗੀਆਂ। ਇਹ ਲੋਕ ਸਰਕਾਰਾਂ ਚਲਾਉਂਦੇ ਨੇ। ਕੀ ਤੁਸੀਂ ਇਹ ਸਮਝਦੇ ਹੋ ਕਿ ਇਹਦੇ ਪਿੱਛੇ ਕੁਝ ਇਦਾਂ ਦੀ ਸਟੋਰੀ ਹੋ ਸਕਦੀ ਹੈ? Possibly it may be, ਲੇਕਿਨ ਕੋਈ ਸਾਡੇ ਕੋਲ ਸਾਹਮਣੇ ਉਹਦਾ ਡਾਟਾ ਨਹੀਂ ਹੈ। ਮਿਸਾਲ ਦੇ ਤੌਰ ਤੇ ਮੈਂ ਕਹੂੰਗਾ ਕਿ ਕੁਝ ਲੋਕਾਂ ਨੇ ਇੱਕ ਇਹਨੂੰ ਕਹਿੰਦੇ ਕੰਸਪਾਇਰੇਸੀ ਥਿਊਰੀ ਖਾਸ ਕਰਕੇ ਆਪਣੇ ਮੁਲਕਾਂ 'ਚ ਵੀ ਚੱਲਦੀ ਹੈ। ਜਿਹੜੀ ਵੀ ਗੱਲ ਹੋ ਜਾਏ ਉਹ ਜੀ ਮੋਦੀ ਕਰ ਗਿਆ, ਯੂ ਨੋ ਆਈ ਐਮ ਨਾਟ ਮੋਦੀ ਫੇਵਰਟ ਪਰਸਨ, ਆਈ ਡੋਂਟ ਲਾਈਕ ਇਟ। ਇਹ ਜੀ ਫਲਾਣੇ ਨੇ ਕਾਂਗਰਸ ਨੇ ਕਰਤਾ, ਜੇ ਕੋਈ ਕਿਸੇ ਨੂੰ ਫਲੂ ਵੀ ਹੋ ਗਿਆ ਅਮਰੀਕਾ ਨੇ ਕਰਤਾ। ਦੈਟਸ ਨੌਨਸੈਂਸ, ਇਟਸ ਨਾਟ ਪੋਸੀਬਲ। ਜਿਹੜੀਆਂ ਚੀਜ਼ਾਂ ਹੁੰਦੀਆਂ ਕੰਸਪਾਇਰੇਸੀ ਜਿਹੜੀ ਥਿਊਰੀ ਆ, ਲੋਕ ਜਿਹੜੀਆਂ ਲੌਬੀਜ਼ ਇਸ ਕਿਸਮ ਦੀਆਂ ਉਹ ਪੋਲੀਟੀਕਲ ਪ੍ਰੈਸ਼ਰ ਪਾਉਣ ਲਈ ਕੋਈ ਨਾ ਕੋਈ ਏਜੰਡਾ, ਕੋਈ ਨਾ ਕੋਈ ਸ਼ੋਸ਼ਾ ਹਮੇਸ਼ਾ ਛੱਡਦੀਆਂ ਰਹਿੰਦੀਆਂ ਤੇ ਅੱਜ ਵੀ ਉਹ ਚੱਲ ਜੀ। ਅੱਛਾ ਡਾਕਟਰ ਸਾਹਿਬ, ਆਪਾਂ ਇਲੈਕਸ਼ਨ ਵੱਲ ਪਰਤੀਏ। ਮੈਨੂੰ ਲੱਗਦਾ ਫਿਰ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਦੁਬਾਰਾ ਮਿਨੋਰਟੀ ਸਰਕਾਰ ਬਣ ਰਹੀ ਆ, ਔਰ ਜਿਹੜਾ ਟਰੂਡੋ ਸਾਹਿਬ ਦਾ ਯਤਨ ਸੀ ਕਿ ਮੈਜੋਰਟੀ ਸਰਕਾਰ ਲੈ ਕੇ ਉਹ ਆਪਣੀ ਮਰਜ਼ੀ ਨਾਲ ਜਿਹੜੇ ਬਿੱਲ ਵਗੈਰਾ ਕਰਾ ਸਕਣਗੇ ਜਾਂ ਜਿਹੜਾ ਲਿਬਰਲ ਏਜੰਡਾ ਆ ਉਹਨੂੰ ਫਿਲਫਿਲ ਕਰ ਸਕਣਗੇ। ਹੁਣ ਕੀ ਲੱਗਦਾ, ਬੜਾ ਕਿਹਾ ਜਾ ਰਿਹਾ ਸੀ ਕਿ ਇਸ ਵਾਰ NDP ਜਿਹੜੀ ਆ ਉਹ 30 ਤੋਂ 35 ਸੀਟਾਂ ਲੈ ਜਾਏਗੀ, ਪਰ ਹਾਲਾਤ ਉਹੀ ਰਹੇ ਕਿ ਉਹਨਾਂ ਦੀਆਂ ਸੀਟਾਂ ਫਿਰ 25 ਦੇ ਕਰੀਬ ਹੀ ਰਹਿ ਸਕੀਆਂ ਤੇ ਸਰਕਾਰ ਬਣਨੀ ਫਿਰ NDP ਦੀ ਸਪੋਰਟ ਨਾਲ ਹੀ ਆ। NDP ਨੇ ਨਾਲ ਜਾਣਾ ਹੀ ਪੈਣਾ ਲਿਬਰਲ ਦੇ, ਜਿਸ ਤਰ੍ਹਾਂ ਦਾ ਮਾਹੌਲ ਹੈ। ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਲੈਕਸ਼ਨ ਫਿਰ ਸਾਲ ਖੰਡ ਚ ਆਵੇ। ਸਾਰੇ ਚਾਹਣਗੇ ਕਿ ਭਾਵੇਂ ਮਿਨੋਰਟੀ ਸਰਕਾਰ ਹੈ ਸਮਾਂ ਪੂਰਾ ਕਰ ਜੇ ਤੇ ਬਹੁਤ ਅੱਛਾ, ਪਰ ਕੈਨੇਡੀਅਨ ਇਤਿਹਾਸ ਦੱਸਦਾ ਹੈ ਕਿ ਇਸ ਵਾਰ 2 ਸਾਲ ਲੰਘਿਆ ਨਹੀਂ ਤੇ 1.5 ਸਾਲ ਤੋਂ ਵੱਧ ਲੰਘਦਾ ਨਹੀਂ ਹੁੰਦਾ। ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਚਾਹੇ 610 ਮਿਲੀਅਨ ਕੋਈ ਕਹਿ ਰਿਹਾ, ਕੋਈ 650 ਮਿਲੀਅਨ ਕਹਿ ਰਿਹਾ, ਉਹਦਾ ਖਰਚਾ ਤੇ ਪੈ ਗਿਆ ਸਾਡੇ ਤੇ, ਪਰ ਸਰਕਾਰ ਦਾ ਕੋਈ ਬਦਲਾਅ ਵੀ ਨਹੀਂ ਹੋ ਸਕਿਆ। ਹੁਣ ਇਹਨਾਂ ਬਦਲੇ ਹੋਏ ਹਾਲਾਤਾਂ ਦੇ ਵਿੱਚ ਕਿਹੜੇ ਲੀਡਰ ਦੀ ਕੋਈ ਲੀਡਰਸ਼ਿਪ ਨੂੰ ਕੋਈ ਖਤਰਾ ਹੋ ਸਕਦਾ ਹੈ? ਤੁਹਾਨੂੰ ਲੱਗਦਾ ਹੈ ਕਿ ਮਤਲਬ ਜਸਟਿਨ ਟਰੂਡੋ ਹੋਰਾਂ ਨੂੰ ਕੋਈ ਚੈਲੰਜ ਹੈ ਭਵਿੱਖ ਵਿੱਚ, ਜਾਂ ਜਿਹੜੀਆਂ ਪਾਰਟੀਆਂ ਨਹੀਂ ਜਿੱਤ ਸਕੀਆਂ ਔਰ ਟੂਲ ਵਗੈਰਾ ਜਿਹੜੇ ਆ ਉਹ ਕੰਪੇਨ ਉਸ ਤਰ੍ਹਾਂ ਨਹੀਂ ਚਲਾ ਸਕੇ ਜਿੰਨਾ ਵਧੀਆ ਉਹਨਾਂ ਕੋਲ ਮੌਕਾ ਆਇਆ ਸੀਗਾ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਲੀਡਰਸ਼ਿਪ ਦੀ ਕਿਤੇ ਨਾ ਕਿਤੇ ਚੈਲੰਜ ਹੋਣਗੇ? ਮੈਂ ਮਹਿਸੂਸ ਕਰਦਾ ਹੈਗਾ ਹਰਜੀਤ ਸਿੰਘ ਜੀ, ਜਿਹੜੀ ਵਰਲਡ ਲੈਵਲ ਦੇ ਅੱਜ ਜਿਹੜੀ ਸਿਚੁਏਸ਼ਨ ਹੈ, we lack leadership and we don't have a proper agenda to be put forth for the people. ਉਹਦੇ 'ਚ ਇਹ ਹੈ ਕਿ ਦੁਨੀਆ ਦੇ ਹਰ ਥਾਂ 'ਤੇ ਤੁਸੀਂ ਨਜ਼ਰ ਮਾਰ ਕੇ ਦੇਖੋ, ਈਵਨ ਇਨ ਅਮਰੀਕਾ there is no leadership. ਜਿਹੜੇ ਸਾਡੇ ਕੈਨੇਡਾ ਦੇ ਵਿੱਚ ਹਾਲਾਤ ਉਹ ਇਹ ਆ ਕਿ ਜਿਹੜਾ ਇਹ ਗੈਂਬਲਿੰਗ ਕੀਤੀ ਟਰੂਡੋ ਨੇ, ਇਟ ਬੈਕਫਾਇਰਡ ਔਰ ਵੈਰੀ ਬੈਡਲੀ ਬੈਕਫਾਇਰਡ। ਬੇਸ਼ੱਕ ਉਹ ਗਵਰਨਮੈਂਟ ਬਣਾ ਲੈਣਗੇ 2-4 ਸਾਲ ਦੇ ਬਾਅਦ, ਫਿਰ ਟੁੱਟ ਜਾਊਗੀ 2-3 ਸਾਲ ਦੇ ਬਾਅਦ। ਪਰ ਦੂਜੇ ਪਾਸੇ ਇਹ ਵੀ ਆ ਕਿ ਆਊਟ ਐਂਡ ਆਊਟ NDP ਨੇ ਜਿਹੜੀ ਆਪੋਜੀਸ਼ਨ ਕੀਤੀ ਆ, ਇਹ ਲਿਬਰਲ ਦੀ ਤੇ ਕੰਜ਼ਰਵੇਟਿਵ ਦੀ ਰਲ ਕੇ, ਔਰ ਬਹੁਤ ਬੁਰੀ ਤਰ੍ਹਾਂ ਆਪੋਜੀਸ਼ਨ ਕੇ, ਕੀ ਹੁਣ ਉਹਦੇ ਨਾਲ ਰਲ ਕੇ ਸਰਕਾਰ ਬਣਾਏਗਾ? ਇੱਕ ਵੱਡਾ ਸਵਾਲ। ਸੈਕੰਡ ਇਹ ਆ ਕਿ ਜੇ ਟਰੂਡੋ ਨੂੰ ਇਹ ਪਤਾ ਸੀ ਪਰਮਾਨੈਂਟ ਪੱਕੇ ਤੌਰ ਤੇ ਕਿ ਮੈਂ ਗਵਰਨਮੈਂਟ ਬਣਾਉਣੀ, ਯੈਸ ਹੀ ਸ਼ੁੱਡ ਹੈਵ ਗੋਨ ਫॉर ਇਲੈਕਸ਼ਨ, ਪਰ ਜਦੋਂ ਉਹਨੂੰ ਇਹ ਪਤਾ ਸੀ ਕਿ ਇਟ ਇਜ਼ ਡਾਈਸੀ, ਇਟਸ ਨਾਟ ਗੋਇੰਗ ਟੂ ਹੈਪਨ, ਤੇ ਫਿਰ ਐਡਾ ਵੱਡਾ 600
$600 ਮਿਲੀਅਨ ਖਰਚ ਕਰਕੇ ਦੁਬਾਰਾ ਇੱਕ ਮਾਈਨੋਰਟੀ ਸਰਕਾਰ ਬਣਾਉਣ ਦਾ ਉਹਦਾ ਕੀ ਮਤਲਬ ਬਣਦਾ ਐਂਡ ਇਟ ਇਜ਼ ਆਈ ਵਿਲ ਸੇ ਇਨ ਇਟਸੈਲਫ ਇਜ਼ ਅ ਬਿਗ ਡਿਫੀਟ ਫॉर मी ਸੈਕੰਡ ਜੀ ਜਿਹੜਾ ਗੰਦ ਕਦੀ ਮੈਂ ਇਲੈਕਸ਼ਨ ਨੂੰ ਬੜੀ ਧਿਆਨ ਨਾਲ ਵਾਚ ਕੀਤਾ ਜਿੰਨਾ ਗੰਦ ਮੈਂ ਇਸ ਇਲੈਕਸ਼ਨ ਦੇ ਵਿੱਚ NDP ਤੋਂ ਜਾਂ ਬਾਕੀ ਜਿਹੜੀਆਂ ਲਿਬਰਲ ਜਾਂ ਕੰਜ਼ਰਵੇਟਿਵ ਪਾਰਟੀ ਤੋਂ ਅਨਕੁਆਲੀਫਾਈਡ ਉਹਨਾਂ ਦੇ ਉੱਤੇ ਪਰਸਨਲ ਹਮਲਿਆਂ ਤੱਕ ਇੱਥੋਂ ਤੱਕ ਕਿ ਇੱਟਾਂ ਰੋੜੇ ਮਾਰਨੇ ਤੇ ਗਾਲਾਂ ਕੱਢਣੀਆਂ ਇਹ ਕਦੀ ਕੈਨੇਡਾ ਦੀ ਹਿਸਟਰੀ 'ਚ ਨਹੀਂ ਹੋਇਆ ਜਿਹੜਾ ਹੁਣ ਹੋਇਆ ਮੈਂ ਮਹਿਸੂਸ ਕਰ ਰਿਹਾ ਕਿ ਦੁਨੀਆ ਜਿਹੜੀ ਹੈ ਸਾਰੀ ਦੀ ਸਾਰੀ ਫਰਮ ਕੈਨੇਡਾ ਟੂ ਅਮਰੀਕਾ ਐਂਡ ਇੰਗਲੈਂਡ ਐਂਡ ਯੂਰਪ ਐਂਡ ਦ ਹੋਲ ਆਫ ਦ ਫਾਰ ਈਸਟ ਕੰਟਰੀ ਵੀ ਆਰ ਅਨਗਵਰਨੇਬਲ ਔਰ ਸਾਡੇ ਕੋਲ ਕੋਈ ਐਸਾ ਏਜੰਡਾ ਨਹੀਂ ਜਿਹੜਾ ਅਸੀਂ ਲੋਕਾਂ ਦੇ ਸਾਹਮਣੇ ਕਰ ਇਲੈਕਸ਼ਨ ਅੱਜ ਮੋਟਿਵਸ ਦੇ ਵਿੱਚ ਜਾਂ ਜਿਹੜੇ ਸਾਡੇ ਛੋਟੇ ਛੋਟੇ ਮੁੱਦਿਆਂ ਦੇ ਉੱਤੇ ਲੜਿਆ ਗਿਆ ਪਾਲਿਸੀ 'ਚ ਨਹੀਂ ਲੜਿਆ ਗਿਆ ਪਾਲਿਸੀ ਇਹ ਆ ਕਿ ਸਾਡਾ ਫੋਰਨ ਪਾਲਿਸੀ ਫਾਰ ਐਗਜ਼ਾਮਪਲ ਕੀ ਹੈ ਕੀ ਮਿਡਲ ਈਸਟ ਦੇ ਵਿੱਚ ਕੀ ਅਫਗਾਨਿਸਤਾਨ ਦੇ ਵਿੱਚ ਕੀ ਹਿੰਦੁਸਤਾਨ ਫਾਰ ਈਸਟ ਮੁਲਕਾਂ ਦੇ ਵਿੱਚ ਕੀ ਉੱਥੇ ਜੋ ਕੁਝ ਹੋ ਰਿਹਾ ਉਹਦੇ ਲਈ ਸਾਡੀ ਫੋਰਨ ਪਾਲਿਸੀ ਕਿੱਥੋਂ ਤੱਕ ਮਜ਼ਬੂਤ ਹੈ ਕੀ ਕਰਨਾ ਕੀ ਅਸੀਂ ਦੁਨੀਆ ਦੇ ਉੱਤੇ ਲੰਬੜਦਾਰੀ ਕਰਕੇ ਹਮਲਾ ਕਰਕੇ ਜਾਂ ਲੋਕਾਂ ਨੂੰ ਆਪਣੇ ਹੇਠਾਂ ਲੈ ਕੇ ਅਮਰੀਕਾ ਨੂੰ ਕੀ ਲੋਕਾਂ ਨੂੰ ਗਵਰਨ ਕਰ ਸਕਦੇ ਅਮਰੀਕਾ ਫੇਲਡ ਬੈਡਲੀ ਅਮਰੀਕਾ ਵਿਤਨਾਮ 'ਚ ਵੀ ਬੁਰੀ ਤਰ੍ਹਾਂ ਹਾਰਿਆ ਔਰ ਲੋਕਾਂ ਨੂੰ ਪਰਦੇ 'ਚ ਰੱਖਿਆ ਉੱਥੋਂ ਦੌੜਨਾ ਪਿਆ ਇਹਨਾਂ ਨੂੰ ਅਮਰੀਕਾ ਸੀਰੀਆ ਇਜਿਪਟ ਦੇ ਵਿੱਚ ਵੀ ਇਸੇ ਤਰ੍ਹਾਂ ਹਾਰਿਆ ਅਫਗਾਨਿਸਤਾਨ ਵੀ ਇਸੇ ਤਰ੍ਹਾਂ ਹਾਰਿਆ ਐਂਡ ਬਿਲੀਅਨਸ ਆਫ ਡਾਲਰ ਦਾ ਸਮਾਨ ਉੱਥੇ ਛੱਡ ਕੇ ਕਰਾਇਆ ਪਰ ਕੀ ਇਹ ਜਿਹੜੀ ਪਾਲਿਸੀ ਆ ਮੈਂ ਡਿਸਕਸ ਨਹੀਂ ਕਰ ਸਕਦਾ ਆਈ ਵਾਜ਼ ਇਨ ਅ ਮੀਟਿੰਗ ਜਿੱਥੇ ਮੈਂ ਆਈ ਵਾਜ਼ ਵਨ ਆਫ ਦ person to talk on the foreign policy American or Canadians ਪਰ ਮੈਂ ਇਹ ਕਹਿਣਾ ਜ਼ਰੂਰ ਚਾਹੂੰਗਾ ਕਿ ਲੋੜ ਸਾਡੀ ਇਹ ਆ ਕਿ ਅਸੀਂ ਮੁਸਲਮਾਨ ਮੁਲਕਾਂ ਨੂੰ ਜਿਹੜੀਆਂ 57 ਦੇ ਕਰੀਬ ਆ ਉਹਨਾਂ ਨੂੰ ਇਸ ਕਰਕੇ ਆਪਣੇ ਅੰਡਰ ਨਹੀਂ ਕਰ ਸਕਦੇ ਕਿ ਉਹਨਾਂ ਦੀਆਂ ਗਵਰਨਮੈਂਟ ਜਿਹੜੀਆਂ ਡੀਸਟੇਬਲਾਈਜ਼ ਕੀਤੀਆਂ ਜਿੰਨਾ ਚਿਰ ਅਸੀਂ ਉਹਨਾਂ ਦੀਆਂ ਗਵਰਨਮੈਂਟ ਸਟੇਬਲਾਈਜ਼ ਨਹੀਂ ਕਰਦੇ ਉੱਥੇ ਵਾਇਬਲ ਡੈਮੋਕ੍ਰੇਸੀ ਕਦੀ ਕਾਇਮ ਨਹੀਂ ਔਰ ਜ਼ਰੂਰਤ ਬਣਦੀ ਹੈ ਕਿ ਅਸੀਂ ਜਿਹੜੇ ਕੈਨੇਡੀਅਨ ਹੈ ਅਸੀਂ ਵੀ ਇਸ ਸਿਲਸਿਲੇ 'ਚੋਂ ਬਾਹਰ ਨਿਕਲੀਏ ਫੋਰਨ ਪਾਲਿਸੀ ਆ ਉਹਦੀ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਰਿਹਾ ਇਸੇ ਤਰ੍ਹਾਂ ਸਾਡੀ ਇਕੋਨਮੀ ਆ ਇਹ ਹੈਗੀਆਂ ਪਾਲਿਸੀਜ਼ ਆਫ ਅ ਪਾਰਟੀ ਇਹਦੇ ਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਗੱਲ ਕਰ ਰਿਹਾ ਹੈਗਾ ਵੀ ਸਾਡੇ ਜੀ ਇੱਦਾਂ ਹੋ ਗਿਆ ਇੰਨੇ ਬੰਦੇ ਆ ਸਕਦੇ ਆ ਕਿ ਨਹੀਂ ਆ ਸਕਦੇ ਇੱਥੇ ਜੀ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਉੱਥੇ ਥੀਸ ਆਰ ਟੌਪੀਕਲ ਥਿੰਗਸ ਮਸਲਾ ਇੱਕ ਕੌਮ ਨੂੰ ਇੱਕ ਮੁਲਕ ਨੂੰ ਸਟੈਬਲਿਸ਼ ਕਰਨ ਲਈ ਇਹ ਹੋਣਾ ਚਾਹੀਦਾ ਕਿ ਆਹ ਸਾਡਾ ਇੱਕ ਪਾਰਟੀ ਏਜੰਡਾ ਇਹਦੇ ਅੰਡਰ ਅਸੀਂ ਵੋਟ ਪਾਉਣੇ ਆ ਜਿਹਦੇ ਅੰਡਰ ਕੋਈ ਵੋਟ ਨਹੀਂ ਜੀ ਸੋ ਡਾਕਟਰ ਸਾਹਿਬ ਵੈਸੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਏਜੰਡੇ ਆਪਾਂ ਕਹਿ ਰਹੇ ਹਾਂ ਮੁੱਦੇ ਛੋਟੇ ਮੋਟੇ ਸੀਗੇ ਉਹ ਕਈ ਵਾਰ ਉਹ ਵੀ ਪਬਲਿਕਲੀ ਕਾਫੀ ਅਹਿਮ ਹੁੰਦੇ ਨੇ ਜਿਹੜੇ ਮੁੱਦੇ ਉੱਠੇ ਨੇ ਇਹਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਸੀਗਾ ਚਾਈਲਡ ਕੇਅਰ ਦਾ ਮੁੱਦਾ ਉੱਠਿਆ ਅਫੋਰਡੇਬਿਲਟੀ ਦਾ ਮੁੱਦਾ ਉੱਠਿਆ ਹਾਊਸਿੰਗ ਜਿਹੜੀਆਂ ਨੇ ਬਿਡ ਜਿਸ ਤਰੀਕੇ ਨਾਲ ਹੋ ਰਹੀਆਂ ਨੇ ਉਹਦੇ ਤੇ ਕੰਟਰੋਲ ਕਰਨ ਦਾ ਮੁੱਦਾ ਉੱਠਿਆ ਇੱਥੋਂ ਤੱਕ ਕਿਹਾ ਗਿਆ ਜਸਟਿਨ ਟਰੂਡੋ ਵੱਲੋਂ ਕਿ ਜਿਹੜੀਆਂ ਬਲਾਈਂਡ ਬਿਡ ਨੇ ਅਸੀਂ ਉਹਨੂੰ ਕ੍ਰਾਈਮ ਕੰਸੀਡਰ ਕਰਾਂਗੇ ਇੱਕ ਲਾਅ ਬਣਾਵਾਂਗੇ ਐਸਾ ਪਤਾ ਨਹੀਂ ਹੁਣ ਬਣਦਾ ਜਾਂ ਨਹੀਂ ਬਣਦਾ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਆ ਉਹਦੇ ਤੇ ਬਹੁਤ ਚਰਚਾ ਹੋਈ ਪਰ ਕਿਤੇ ਕਿਸੇ ਪਾਰਟੀ ਨੇ ਖੁੱਲ ਕੇ ਇਹ ਨਹੀਂ ਕਿਹਾ ਕਿ ਅਸੀਂ ਜਿਹੜਾ ਬਿਲਡਰ ਮਾਫੀਆ ਆ ਉਹਨੂੰ ਕੰਟਰੋਲ ਕਰਾਂਗੇ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਅਫੋਰਡੇਬਲ ਹਾਊਸ ਬਣਾਵਾਂਗੇ ਇੱਕ ਨੇ ਕਿਹਾ ਅਸੀਂ ਮਿਲੀਅਨ ਬਣਾਵਾਂਗੇ ਇੱਕ ਨੇ ਕਿਹਾ 1.5 ਮਿਲੀਅਨ ਬਣਾਵਾਂਗੇ ਪਰ ਮੈਨੂੰ ਨਹੀਂ ਪਤਾ ਕਿ ਬਣਨਗੇ ਨਹੀਂ ਬਣਨਗੇ ਕਦੋਂ ਬਣਨਗੇ ਕਿੰਨਾ ਲੋਕਾਂ ਨੂੰ ਮਿਲਣਗੇ ਉਹਦਾ ਕ੍ਰਾਈਟੇਰੀਆ ਕੀ ਹੋਊਗਾ ਪਰ ਜਿਹੜਾ ਪੀਰੀਅਡ ਚੋਂ ਅਸੀਂ ਗੁਜ਼ਰ ਰਹੇ ਹਾਂ ਇਹਦੇ ਵਿੱਚ ਘਰ ਲੈਣਾ ਬਹੁਤ ਵੱਡੀ ਸਮੱਸਿਆ ਆ ਰਹੀ ਆ ਕਿ ਇਹ ਚੀਜ਼ ਨੂੰ ਕੋਈ ਸਰਕਾਰ ਜਾਂ ਆਪੋਜੀਸ਼ਨ ਵਾਲੇ ਹੁਣ ਪ੍ਰੈਸ਼ਰਾਈਜ਼ ਕਰਨਗੇ ਸਰਕਾਰ ਨੂੰ ਕਿ ਉਹ ਘਰਾਂ ਦੀ ਕੀਮਤਾਂ ਨੂੰ ਕੰਟਰੋਲ 'ਚ ਕਰਨ ਲਈ ਜਿਹੜਾ ਬਾਹਰੋਂ ਪੈਸਾ ਆ ਰਿਹਾ ਇਲੀਗਲ ਤਰੀਕੇ ਨਾਲ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਖਾਸ ਕਰਕੇ ਚਾਈਨੀਜ਼ ਨੇ ਤਾਂ ਸਾਰਾ ਵੈਨਕੂਵਰ ਖਰੀਦ ਲਿਆ ਤੇ ਹਾਲਾਤ ਇਦਾਂ ਦੇ ਬਣ ਗਏ ਆ ਕਿ ਜਿਨ੍ਹਾਂ ਨੂੰ ਘਰ ਦੀ ਲੋੜ ਆ ਜਿਨ੍ਹਾਂ ਦੇ ਕੋਲ ਛੱਤ ਹੈ ਨਹੀਂ ਉਹ ਤੇ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਸਾਨੂੰ ਛੋਟਾ ਜਿਹਾ ਵੀ ਘਰ ਮਿਲ ਜੇ ਪਰ ਕੁਝ ਲੋਕ ਐਸੇ ਆ ਜਿਹੜੇ ਬਾਹਰ ਬੈਠੇ ਇਨਵੈਸਟ ਕਰੀ ਜਾ ਰਹੇ ਆ ਕਿ ਸਰਕਾਰ ਕੋਲ ਕੋਈ ਐਸਾ ਪੈਮਾਨਾ ਨਹੀਂ ਕਿ ਉਹ ਦੇਖ ਸਕੇ ਕਿ ਕਿੱਦਾਂ ਦੀ ਇਹ ਇਨਵੈਸਟਮੈਂਟ ਹੋ ਰਹੀ ਆ ਉਹਨਾਂ ਕੋਲ ਕੋਈ ਲਾ ਨਹੀਂ ਆ ਕਿ ਇੱਥੇ ਕੋਈ ਕੰਟਰੋਲ ਕਰ ਸਕੇ
ਹਰਜੀਤ ਸਿੰਘ ਜੀ ਗੱਲ ਤਾਂ ਸਿਰਫ ਇਹ ਉਹ ਤੁਸੀਂ ਆਪ ਹੀ ਉਹਦਾ ਜਵਾਬ ਦੇ ਰਹੇ। ਅਸਲ 'ਚ ਇਹ ਸਾਰੀ ਦੀ ਸਾਰੀ ਜਿਹੜੀ ਨਾ ਤੁਹਾਡੀ ਪਾਲਿਸੀ ਪ੍ਰੋਜੈਕਟ ਜਿਹੜਾ ਉਹਦੇ 'ਚ ਹੀ ਹੁੰਦਾ। ਤਾਂ ਜੇ ਅਸੀਂ ਇੱਕ ਇੱਕ ਮੁੱਦਾ ਲੈ ਲੈਂਦੇ ਹਾਂ ਤੇ ਉਹ ਸਹੀ ਨਹੀਂ ਹੁੰਦਾ, ਕਦੀ ਫਿੱਟ ਨਹੀਂ ਆਏਗਾ। ਮਿਸਾਲ ਦੇ ਤੌਰ ਤੇ ਮਾਫ ਕਰਨਾ, ਸਾਡੇ ਇੱਥੇ ਜਿਹੜਾ ਮਸਲਾ ਹੈਗਾ, ਅਸੀਂ ਚਾਈਲਡ ਕੇਅਰ ਦੀ ਗੱਲ ਕਰਦੇ, ਜੇ ਇੱਥੇ ਲੱਖਾਂ ਮਿਲੀਅਨ ਦੀ ਤਾਦਾਦ ਦੇ ਵਿੱਚ ਲੋਕ ਆ ਰਹੇ ਜਿਹੜੇ ਸਾਡੇ ਵੈਲਫੇਅਰ 'ਤੇ ਬੈਠੇ, ਜਿਹੜੇ ਸਾਡੇ ਪੋਲੀਟੀਕਲ ਜਾਂ ਸਾਡੀ ਮੈਡੀਕਲ ਸਿਸਟਮ 'ਤੇ ਬੈਠੇ, ਜਿਨ੍ਹਾਂ ਨੇ ਕੁਝ ਕੰਟਰੀਬਿਊਸ਼ਨ ਨਹੀਂ ਕੀਤਾ, ਤਾਂ ਸਾਡਾ ਉਹ ਸਾਰਾ ਤੁਹਾਡੀ ਜਿਹੜੀ ਇਨਕਮ, ਤੁਹਾਡਾ ਜਿਹੜਾ ਟੈਕਸ ਬਿਲਟ ਅਪ ਹੁੰਦਾ, ਉਹ ਸਾਰਾ ਉਹਨਾਂ ਨੂੰ ਦੇਣਾ ਪੈਂਦਾ। ਅਸੀਂ ਗਰੀਬੀ ਨੂੰ, ਆਪਣੀ ਅਮੀਰੀ ਨੂੰ ਗਰੀਬੀ ਦੇ ਨਾਲ ਬਦਲਣਾ। ਇਸ ਲਈ ਇਹ ਡੀਪ ਰੂਟਡ ਪ੍ਰੋਬਲਮਸ ਹੈਗੀਆਂ। ਇਹਨਾਂ ਦਾ ਕੋਈ ਮਸਲਾ ਜਿਹੜਾ ਉਹ ਟੌਪੀਕਲ ਨਹੀਂ ਹੈਗਾ। ਟੌਪੀਕਲ ਮਸਲਾ ਉਹਨਾਂ ਦੇ ਵਿੱਚ ਫਸਿਆ ਹੋਇਆ ਕਿ ਜਿਹੜੀ ਇੱਕ ਪਾਲਿਸੀ ਇੱਕ ਪਾਰਟੀ ਦੀ, ਉਹ ਕਿੱਥੋਂ ਤੱਕ ਸਹੀ ਆ ਔਰ ਸੁਹਿਰਦ ਆ ਔਰ ਸੱਚੀ ਆ। ਸੱਚੀ ਹੈ ਨਹੀਂ। ਕੋਈ ਬੰਦਾ, ਜਿੱਦਾਂ ਹੁਣ ਤੁਸੀਂ ਕਿਹਾ ਕਿ ਕੋਈ ਬੰਦਾ ਨਹੀਂ ਕਹਿਣਾ ਚਾਹੁੰਦਾ ਕਿ ਆ ਜੀ ਇੱਦਾਂ ਪਾਲਿਸੀ ਗਲਤ ਹੈ। ਉਹਨਾਂ ਨੂੰ ਪਤਾ ਕਿ ਮੈਂ ਵੋਟਾਂ ਨਹੀਂ ਵਰਕ ਕਰਦਾ। ਸੇਮ ਸਿਸਟਮ ਇਨ ਇੰਡੀਆ, ਸੇਮ ਸਿਸਟਮ ਐਨੀਵੇਅਰ ਐਲਸ, ਕਿ ਅਸੀਂ ਲੋਕਾਂ ਦੇ ਵੋਟ ਵਿਨ ਕਰਨਾ ਚਾਹੁੰਦੇ, ਉਹਨਾਂ ਦੇ ਦੁਖਾਂਤ ਔਰ ਸੁਖਾਲ ਦੇ ਵਿੱਚ ਸਾਡਾ ਕੋਈ ਹਿੱਸਾ। ਹਾਂ ਬਿਲਕੁਲ ਠੀਕ ਡਾਕਟਰ ਸਾਹਿਬ। ਸੋ ਇਹਦਾ ਮਤਲਬ ਇਹ ਕਿ ਭਵਿੱਖ ਵਿੱਚ ਤੁਸੀਂ ਇਸ ਤਰ੍ਹਾਂ ਦੀ ਉਮੀਦ ਨਹੀਂ ਰੱਖਦੇ ਕਿ ਕੋਈ ਵੀ ਸਰਕਾਰ, ਚਾਹੇ ਜਸਟਿਨ ਟਰੂਡੋ ਹੋਰੀ ਨੇ, ਚਾਹੇ ਹੁਣ ਆਪੋਜੀਸ਼ਨ ਪਾਰਟੀਆਂ, ਉਹਨਾਂ ਨੂੰ ਇਸ ਤਰ੍ਹਾਂ ਕੰਪੈਲ ਕਰ ਸਕਣ ਕਿ ਉਹ ਘੱਟੋ ਘੱਟ ਜਿਹੜੇ ਆਮ ਪਬਲਿਕ ਨੂੰ ਇਫੈਕਟ ਕਰਦੇ ਮੁੱਦੇ ਨੇ ਉਹਨਾਂ ਦੇ ਉੱਤੇ ਕੋਈ ਵਧੀਆ ਲੈਜਿਸਲੇਟਿਵ ਲਿਆ ਕੇ, ਕਾਨੂੰਨ ਬਣਾ ਕੇ ਤੇ ਉਹ ਸਰਕਾਰ ਚਲਾਉਣ। ਕੋਈ ਇਸ ਤਰ੍ਹਾਂ ਦਾ ਏਜੰਡਾ ਤੁਹਾਨੂੰ ਘੱਟੋ ਘੱਟ ਨਜ਼ਰ ਨਹੀਂ ਆ ਰਿਹਾ? ਮੈਨੂੰ ਇਸ ਤਰ੍ਹਾਂ ਬਿਲਕੁਲ ਤਿੰਨਾਂ ਪਾਰਟੀਆਂ 'ਚੋਂ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਫਾਰ ਐਗਜ਼ਾਮਪਲ ਲੈਟ ਮੀ ਟੇਕ ਲਿਬਰਲ ਪਾਰਟੀ ਨੇ ਵੀ ਸਾਡੇ ਨਾਲ ਲੋਕਾਂ ਨੂੰ ਇਹਦਾ ਟਰੂਡੋ ਦਾ ਖਾਸ ਏਜੰਡਾ ਹੁੰਦਾ ਸੀ ਕਿ ਮਾਈ ਪਾਲਿਸੀ ਵਿਲ ਬੀ ਟਰਾਂਸਪੇਰੈਂਟ। ਜਦੋਂ ਮੈਂ ਡਾਕਟਰ ਡੀਪੀ ਸਿੰਘ ਹੋਰਾਂ ਨੇ ਨਾਲ ਲੈ ਕੇ, ਮਤਲਬ ਮੈਂ ਤਾਂ ਮੈਥਮੈਟੀਸ਼ੀਅਨ ਨਹੀਂ, ਤਾਂ ਇਹ ਕਿਹਾ ਸੀ ਕਿ ਜਿੰਨੇ 300 ਇਹਨਾਂ ਨੇ ਕਿਹਾ ਕਿ 3 ਸਾਲ ਦੇ ਵਿੱਚ ਅਸੀਂ $500 ਮਿਲੀਅਨ ਖਰਚ ਕਰਾਂਗੇ। ਪਰ ਹੋਈ ਗੱਲ ਇਹ ਕਿ ਮੈਂ ਡਾਕਟਰ ਡੀਪੀ ਸਿੰਘ ਹੋਰਾਂ ਨਾਲ ਰਲ ਕੇ ਜਦੋਂ ਅਸੀਂ ਇਹ ਲੈਟਰ ਲਿਖਿਆ, ਫਰੇਮ ਕਰਕੇ ਘੱਲਿਆ, ਤਾਂ ਮੈਂ ਇਹ ਕਿਹਾ ਸੀ ਕਿ ਨਹੀਂ, ਅਸੀਂ ਅੰਦਾਜ਼ਾ ਲਾਉਂਦੇ ਕਿ ਓਵਰ 8 ਬਿਲੀਅਨ ਜਿਹੜੇ ਹੈਗੇ ਡਾਲਰ ਸਾਡੇ ਕੋਲ ਖਰਚ ਹੋਣਗੇ ਇਹਨਾਂ ਲੋਕਾਂ ਨੂੰ ਐਸਟੈਬਲਿਸ਼ ਕਰਨ। ਹੁਣ ਜੇ ਟਰਾਂਸਪੇਰੈਂਸੀ ਹੈ ਨਹੀਂ, ਸੇਮ ਐਜ਼ ਦਾ ਐਨਡੀਪੀ ਦੀ ਟਰਾਂਸਪੇਰੈਂਸੀ, ਜਿਹੜੇ ਲੀਡਰ ਸਾਡੇ ਉਹੀ ਗਲਤ ਆ। ਮਿਸਾਲ ਦੇ ਤੌਰ ਤੇ ਇੱਕ ਪਾਸੇ ਆਈ ਸਲੂਟ ਹਿਮ ਕਿ ਉਹ ਇੱਕ ਪਿਓਰ ਇੱਕ ਸਿੱਖ ਦਾ ਬਾਣਾ ਪਾ ਕੇ ਬਾਹਰ ਸਾਡੇ, ਉਹ ਅੰਮ੍ਰਿਤਧਾਰੀ ਸਿੱਖ। ਪਰ ਕੀ ਇੱਕ ਅੰਮ੍ਰਿਤਧਾਰੀ ਸਿੱਖ ਜਿਹੜਾ ਆਪਣੀ ਪਾਰਟੀ ਨੂੰ ਸਹੀ ਰੱਖਣ ਦੇ ਲਈ ਕੀ ਉਹ ਹੋਮੋਸੈਕਸ਼ੁਅਲਿਟੀ ਨੂੰ ਜਾਂ ਅਬੋਰਸ਼ਨ ਨੂੰ ਸਪੋਰਟ ਕਰੂਗਾ? ਸਿੱਖ ਧਰਮ ਕਦੀ ਨਹੀਂ ਇਹ ਕਹੂਗਾ। ਵਾਈ ਇਜ਼ ਹੀ ਸਪੋਰਟਿੰਗ ਇਟ? ਸੇਮ ਇਜ਼ ਦਾ ਸਿਚੁਏਸ਼ਨ ਦਿਸ ਟੂਲ ਜਿਹੜਾ ਇਹਨਾਂ ਦਾ ਹੁਣ ਜਿਹੜਾ ਪ੍ਰੈਜ਼ੀਡੈਂਟ ਸੀ, ਜਾਂ ਸੌਰੀ ਜਿਹੜਾ ਲੀਡਰ ਸੀਗਾ ਪਾਰਟੀ ਦਾ, I think he is not fit to lead the party. He proved on the first time ਕਿ ਉਹ 119 ਵੋਟਾਂ ਤੋਂ ਗਾਂ ਲੈ ਹੀ ਨਹੀਂ ਸਕਦੇ। ਸੇਮ ਇਜ਼ ਦਾ ਸਿਚੁਏਸ਼ਨ ਵਿਦ ਟਰੂਡੋ ਕਿ ਤੁਸੀਂ ਲੋਕਾਂ ਨੂੰ ਕਿਉਂ ਧੋਖਾ ਦਿੰਦੇ? ਔਰ ਲੋਕ ਦਾ ਇਹ ਹੈ ਕਿ ਪੀਪਲ ਆਰ ਆਲਸੋ ਇਗਨੋਰੈਂਟ ਅਬਾਊਟ ਇਟ। ਉਹ ਕਦੀ ਇੱਦਾਂ ਦੀ ਸਾਡੇ 100% ਜਿੱਤੇ ਸੀ, ਉਹਦੇ ਵਿੱਚ ਵੀ ਲੋਕ ਇਹ ਸਾਹਮਣੇ ਰੱਖ ਕੇ ਕਦੀ ਵੋਟ ਨਹੀਂ ਪਾਉਂਦੇ ਕਿ is he telling us truth? No. ਸਾਨੂੰ ਇਹ ਕਿ ਪਾਰਟੀ ਕੀ ਕਹਿੰਦੀ ਉਹਦੇ ਪਿੱਛੇ ਸੀ। ਬਿਲਕੁਲ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ ਥੋੜੀ ਜਿਹੀ ਕੁਝ ਹੋਰ ਇੰਟਰਨੈਸ਼ਨਲ ਗੱਲਾਂ ਕਰ ਲਈਏ। ਇੱਕ ਤਾਂ ਅਫਗਾਨਿਸਤਾਨ ਨੂੰ ਲੈ ਕੇ ਲਗਾਤਾਰ ਦੁਨੀਆ ਤੇ ਚਰਚਾ ਚੱਲ ਰਹੀ ਆ। ਹੁਣ ਤਾਂ ਮਹੀਨੇ ਤੋਂ ਉੱਪਰ ਹੋ ਗਿਆ ਤਾਲਿਬਾਨ ਨੂੰ ਉੱਥੇ ਸ਼ਕਤੀ ਦੇ ਵਿੱਚ ਆਇਆ ਹੋਇਆ। ਉੱਥੇ ਅੰਦਰ ਖਾਤੇ ਕਾਫੀ ਵਿਰੋਧ ਵੀ ਹੋ ਰਿਹਾ, ਖਾਸ ਕਰਕੇ ਜਿਹੜਾ ਇਸਲਾਮਿਕ ਲਾਅ ਲਾਗੂ ਕਰਨਾ ਚਾਹ ਰਿਹਾ। ਇੱਥੋਂ ਤੱਕ ਹੁਣ ਤੇ ਖਬਰ ਆ ਰਹੀ ਹੈ ਕਿ ਜਿਹੜਾ ਨਵਾਂ ਉਹਨਾਂ VC ਬਣਾਇਆ ਯੂਨੀਵਰਸਿਟੀ ਦਾ, ਉਹ ਵੀ ਕਹਿੰਦਾ ਹੈ ਕਿ ਅਸੀਂ ਹੁਣ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀਆਂ ਅਪਾਇੰਟਮੈਂਟ ਕਰਨੀਆਂ ਨੇ ਉਹ ਲੋਕ ਹੀ ਆਉਣਗੇ ਜਿਹੜੇ ਇਸਲਾਮੀ ਸੋਚ ਨੂੰ ਪਰਨਾਏ ਹੋਏ ਪੱਕੇ ਮੁਸਲਮਾਨ ਹੋਣਗੇ, ਜਾਂ ਜਿਹੜੇ ਲੋਕ ਜਿਹੜੀ ਸ਼ਰਅ ਲਾ ਆ ਉਹਦੀ ਪਾਲਣਾ ਕਰਨ ਵਾਲੇ ਲੋਕ ਹੋਣਗੇ। ਦੁਨੀਆ ਸਾਰੀ ਦੇਖ ਰਹੀ ਆ ਜਿਸ ਤਰ੍ਹਾਂ ਜੋ ਬਾਈਡਨ ਨੇ ਉੱਥੇ ਕਮਜ਼ੋਰੀ ਦਿਖਾਈ ਆ। ਉਸ ਤੋਂ ਬਾਅਦ ਚਾਈਨਾ ਤੇ ਪਾਕਿਸਤਾਨ ਐ ਲੱਗਿਆ ਕਿ ਉਹ ਲੌਬੀ ਇੱਕ ਡਿਵੈਲਪ ਹੋ ਰਹੀ ਹੈ ਜਿਹੜੀ ਦੁਨੀਆ ਨੂੰ ਸ਼ਾਇਦ ਮਜਬੂਰ ਕਰ ਦੇਗੀ ਕਿ ਤਾਲਿਬਾਨ ਦੀ ਤੁਸੀਂ ਸਪੋਰਟ ਕਰੋ। ਪਰ ਹੌਲੀ ਹੌਲੀ ਖਿਸਕਣਾ ਸ਼ੁਰੂ ਹੋ ਗਿਆ ਕੰਮ। ਪਹਿਲਾਂ ਰਸ਼ੀਆ ਨੇ ਕਿਹਾ ਕਿ ਨਹੀਂ, ਅਜੇ ਅਸੀਂ
ਦੇਖਾਂਗੇ ਕਿ ਕਿਸ ਤਰ੍ਹਾਂ ਦੀ ਹੁਕੂਮਤ ਦਿੰਦੇ ਆ। ਉਹ ਤੋਂ ਬਾਅਦ ਤੁਰਕੀ ਨੇ ਕਿਹਾ, ਉਸ ਤੋਂ ਬਾਅਦ ਈਰਾਨ, ਯਾਨੀ ਕਿ ਜਿਹੜੇ ਮੁਸਲਿਮ ਕੰਟਰੀ ਆ ਉਹ ਵੀ ਕਿਤੇ ਨਾ ਕਿਤੇ ਅਜੇ ਛੱਛੋ-ਪੰਚ ਨੇ ਕਿ ਜਿਹੜੇ ਤਾਲਿਬਾਨ ਸੋਚ ਆ ਇਹਨੂੰ ਕਿੱਥੋਂ ਤੱਕ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਤੇ ਜਿਹੜਾ ਹੁਣ ਇਹ ਸਿਨੈਰੀਓ ਬਣਿਆ ਇਸ ਵੇਲੇ ਸਵਾਏ ਚੀਨ ਤੋਂ, ਚੀਨ ਕਾ ਬਾਰ-ਬਾਰ ਕਹਿ ਰਿਹਾ ਕਿ ਇੱਕ ਹਕੀਕਤ ਹੈ ਤਾਲਿਬਾਨ, ਤੁਹਾਨੂੰ ਇਹਨੂੰ ਐਕਸੈਪਟ ਕਰਨਾ ਪਏਗਾ, ਜਾਂ ਕੁਝ ਇੱਕ ਦਬੀ ਸੁਰ ਚ ਇਮਰਾਨ ਖਾਨ ਇਹ ਗੱਲ ਕਰਦੇ ਨੇ। ਤੇ ਇਮਰਾਨ ਖਾਨ ਹੋਰਾਂ ਤੇ ਇਲਜ਼ਾਮ ਵੀ ਲੱਗੇ ਨੇ ਕਿ ਉਹਨਾਂ ਨੇ ਤਾਲਿਬਾਨ ਦੀ ਮਦਦ ਕੀਤੀ ਆ ਪੰਜਸ਼ੀਰ ਦੇ ਵਿੱਚ, ਉਹਨਾਂ ਦੇ ਡਰੋਨ ਜਿਹੜੇ ਆ ਉੱਥੇ ਜਾ ਕੇ ਹਮਲੇ ਕਰਦੇ ਰਹੇ ਆ। ਈਰਾਨ ਨੂੰ ਇਹਦਾ ਕਾਫੀ ਜ਼ਿਆਦਾ ਇਤਰਾਜ਼ ਆ, ਭਾਰਤ ਨੂੰ ਤਾਂ ਪਹਿਲਾਂ ਵੀ ਹੈ। ਤੇ ਇਹ ਹੁਣ ਦੇਖਦੇ ਆ ਕਿ ਇਹ ਸਾਰਾ ਜਿਹੜਾ ਹੋਇਆ ਵਾ ਤਾਲਿਬਾਨ ਦਾ ਦੁਬਾਰਾ ਵਾਪਸ ਆਉਣਾ, ਉਹ ਦੁਨੀਆ ਨੂੰ ਕਿੰਨਾ ਕੁ ਫਿੱਟ ਬੈਠਦਾ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਹਨੂੰ? ਪਹਿਲੀ ਫਿਟਨੈਸ ਇਹ ਕਿ ਜਿਸ ਕੌਮ ਨੇ 20 ਸਾਲ ਉੱਥੇ ਉਹਨਾਂ ਨੂੰ ਦਬਾ ਕੇ ਰੱਖਿਆ ਤੇ ਉਹਦਾ ਹੱਲ ਲੱਭਣ ਦੀ ਬਜਾਏ ਉਹਨਾਂ ਨੂੰ ਛੱਡ ਕੇ ਆ ਗਏ। ਛੱਡ ਕੇ ਆਉਣ ਦਾ ਮਤਲਬ ਹਰਜੀਤ ਸਿੰਘ ਜੀ ਕੀ ਸਮਝਦੇ ਤੁਸੀਂ? ਇਹੋ ਹੀ ਮੈਂ ਇਹ ਸੋਚਦਾ ਕਿ ਦੇ ਐਕਸੈਪਟਡ ਦੈਟ ਦਿਸ ਇਜ਼ ਅ ਗਵਰਨਮੈਂਟ ਆਫ ਦੋਜ਼ ਪੀਪਲ। ਤੇ ਜੇ ਅਮਰੀਕਾ ਉਹਨਾਂ ਨੂੰ ਐਕਸੈਪਟ ਕਰਦਾ ਕਿ ਇਹ ਗਵਰਨਮੈਂਟ ਹੈ, ਲੋਕਾਂ ਨੂੰ ਉਹਨਾਂ ਨੂੰ ਛੱਡ ਕੇ ਆ ਗਏ ਕਿ ਯੈਸ ਯੂ ਰਨ ਦਾ ਸ਼ੋ, ਇਹਦਾ ਮਤਲਬ ਉਹਨਾਂ ਨੇ ਐਕਸੈਪਟ ਕਰ ਲਿਆ ਤੇ ਬਾਕੀ ਦੁਨੀਆ ਨੂੰ ਉਹਨਾਂ ਨੂੰ ਐਕਸੈਪਟ ਕਰਨ 'ਚ ਕੀ ਤਕਲੀਫ ਹੈ। ਰਹੀ ਗੱਲ ਇਸਲਾਮਿਕ ਸ਼ਰੀਆ ਲਾ, ਦੇਖੋ ਮੈਂ ਕਈ ਵਾਰੀ ਇਹਦੇ ਉੱਤੇ ਲਿਖ ਚੁੱਕਿਆ ਤੇ ਮੈਂ ਕਈ ਥਾਂ ਤੇ ਬੋਲਿਆ ਵੀ ਹਾਂ ਕਿ ਜਾਂ ਤਾਂ ਦੁਨੀਆ ਇੰਨੀ ਛੋਟੀ ਆ, ਇੰਨੀ ਸਮਾਲ ਹੈ ਜੇ ਇਹ ਗਲੋਬ, ਕਿ ਇਸਲਾਮ ਐਡਾ ਵੱਡਾ ਇੱਕ ਮਹਾਨ ਥਿਓਲੋਜੀ ਆ ਜਿਹੜੀ ਇਸ ਛੋਟੀ ਦੁਨੀਆ 'ਚ ਫਿੱਟ ਨਹੀਂ ਆਉਂਦੀ, ਤੇ ਜਾਂ ਇਹ ਮਹਾਨ ਜਿਹੜਾ ਗਲੋਬ ਹੈ ਇੰਨਾ ਵੱਡਾ ਕਿ ਇਸਲਾਮ ਵਿੱਚ ਫਿੱਟ ਨਹੀਂ ਆਉਂਦਾ। ਜਿੰਨਾ ਚਿਰ ਅੱਜ ਦੇ ਵਕਤ ਦੇ ਵਿੱਚ ਸੈਕੂਲਰਿਜ਼ਮ ਔਰ ਰਿਲੇਟਿਵਿਜ਼ਮ ਦੇ ਵਿੱਚ ਇਹ ਦੋ ਬੜੀਆਂ ਵੱਡੀਆਂ ਅੱਜ ਦਾ ਧਰਮ ਹੈ ਰਿਲੇਟਿਵਿਜ਼ਮ, ਐਬਸੋਲੂਟਿਜ਼ਮ ਹੈਜ਼ ਆਲਮੋਸਟ ਫਿਨਿਸ਼ਡ। ਜੇ ਇਹਦੇ ਵਿੱਚ ਜੇ ਮੈਂ ਨਾ ਸਿਰਫ ਇਸਲਾਮ ਨੂੰ ਕਹੂੰਗਾ, ਬਾਕੀ ਵੀ ਕੋਈ ਵੀ ਨੇਸ਼ਨ ਜੇ ਦੁਨੀਆ ਦੇ ਵਿੱਚ ਮਿਲ ਕੇ ਰਹਿਣਾ ਨਹੀਂ ਚਾਹੁੰਦੀ ਤੇ ਆਪਣੇ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਬਹੁਤ ਚਿਰ ਤੱਕ ਕਾਇਮ ਨਹੀਂ ਰਹਿਣੀ। ਮਿਸਾਲ ਦੇ ਤੌਰ ਤੇ ਇਸ ਮਸਲੇ 'ਤੇ ਮੈਂ ਅੱਗੇ ਵੀ ਥੋੜ੍ਹੀ ਜਿਹੀ ਕਹਿ ਰਿਹਾ ਸੀ, ਮੈਂ ਇੱਕ ਕਮੇਟੀ ਦੇ ਵਿੱਚ ਸੀ ਤੇ ਮੈਂ ਇੰਨਾ ਕੁਛ ਕਹਿ ਨਹੀਂ ਸਕਦਾ ਕਿ ਕੀ ਪ੍ਰੋਬਲਮ ਉੱਥੇ ਅਫਗਾਨਿਸਤਾਨ ਤੇ ਅਮਰੀਕਾ ਦੀ, ਪਰ ਅਸਲ ਦੇ ਵਿੱਚ ਅਮਰੀਕਾ ਲਈ ਮੈਂ ਦੋ ਇੱਕ ਚੀਜ਼ਾਂ ਕਹਿ ਸਕਦਾ। ਅਮਰੀਕਾ ਲਈ ਅੱਜ ਜਿਹੜਾ ਉਹ ਮਸਲਾ ਅਮਰੀਕਾ ਖਾਸ ਲਈ ਉਹ ਤਾਲਿਬਾਨ ਨਹੀਂ, ਅਫਗਾਨਿਸਤਾਨ ਨਹੀਂ, ਉਹਦੇ ਪਿੱਛੇ ਹੋ ਰਹੇ ਸੀ ਟੈਨਸ਼ਨ, ਉਹਦੇ ਪਿੱਛੇ ਹੋਰ ਚੀਜ਼ਾਂ ਜਿਹੜੀਆਂ ਬੜੀ ਗਹਿਰੀ ਸੋਚ ਦੇ ਨਾਲ ਤਾਲੁਕ ਹੈ। ਔਰ ਐਡਾ ਕਮਲਾ ਮੈਂ ਅਮਰੀਕਾ ਨੂੰ ਨਹੀਂ ਸਮਝਦਾ ਕਿ ਉਹ ਉੱਥੇ ਛੱਡ ਕੇ ਭੱਜ ਹੋਣਗੇ ਤੇ ਉਹ ਕਹਿਣਗੇ ਲਓ ਜੀ ਤੁਸੀਂ ਹੁਣ ਜੇ ਭੰਗੜੇ ਪਾਈ ਜਾਓ, ਕਬੱਡੀਆਂ ਖੇਡੀ ਜੋ ਮਰਜ਼ੀ ਕਰੋ। ਇਸ ਨਾਲ ਇਹਦੇ ਪਿੱਛੇ ਇੱਕ ਬਹੁਤ ਵੱਡੀ ਛੁਪੀ ਹੋਈ ਹੋਰ ਸਿਆਸਤ ਹੈ। ਪਰ ਇੱਕ ਗੱਲ ਜ਼ਰੂਰ ਆਪਾਂ ਸੋਚ ਲਈਏ, ਉਹ ਇਹ ਆ ਕਿ ਅੱਜ ਜਿਹੜਾ ਤੁਸੀਂ VC ਵਾਈਸ ਚਾਂਸਲਰ ਜਿਹੜਾ ਬਣਾਇਆ ਉੱਤੇ ਕਈ ਕ੍ਰਿਮੀਨਲ ਮਰਡਰ ਦੇ ਚਾਰਜਸ ਆ, ਤੇ ਜੇ ਇੱਕ ਅਨਪੜ੍ਹ ਬੰਦੇ ਨੇ ਗਾਂ ਇੱਕ ਯੂਨੀਵਰਸਿਟੀ ਦਾ ਮਤਲਬ ਹੈੱਡ ਬਣਨਾ, ਜਿੱਦਾਂ ਮੈਂ ਬੋਪਾ ਰਾਏ ਨੂੰ ਇੱਕ ਵਾਰੀ ਕਿਹਾ ਸੀ ਕਿ ਉਹਦੇ ਵਕਤ ਦੇ ਵਿੱਚ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਇੰਚਾਰਜ ਸੀ ਤਾਂ ਇੱਥੇ ਮੈਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਆਹ ਤੁਹਾਡੀ ਇੱਕ ਇੱਥੇ ਸਾਡੀ ਭੈਣ ਪੂਰੀ ਫਿਰਦੀ, ਇਹਨੇ PhD ਗਾਲਾਂ ਤੇ ਗੱਡੀ ਕੀਤੀ ਹੈ, ਪੰਜਾਬੀ ਗਾਲਾਂ ਤੇ। ਤੇ ਮੈਂ ਉਹਨੂੰ ਇਹ ਪੁੱਛਿਆ ਸੀ ਕਿ ਕੀ ਤੁਹਾਡੇ ਜਿਹੜੇ ਅੰਡਰ ਡਿਪਾਰਟਮੈਂਟਲ ਹੈੱਡ ਆ ਉਹਨਾਂ ਨੂੰ ਕਦੀ ਇਹ ਸੋਚ ਨਹੀਂ ਆਉਂਦੀ ਕਿ ਪੰਜਾਬ ਦਾ ਮਸਲਾ, ਪੰਜਾਬੀ ਜ਼ੁਬਾਨ ਦਾ ਮਸਲਾ, ਪੰਜਾਬੀ ਕਲਚਰ ਦਾ ਮਸਲਾ, ਇਹ ਤੋਂ ਵੱਧ, ਇਹ ਗਾਲਾਂ ਤੋਂ ਵੱਧ ਹੋਰ ਕੋਈ ਹੈ ਹੀ। ਤੇ ਜੇ ਉੱਥੇ ਇੱਕ ਵਾਈਸ ਚਾਂਸਲਰ ਇੱਦਾਂ ਦਾ ਲੱਗਾ ਹੋਇਆ ਤੇ ਦੁਨੀਆ ਨੂੰ ਉਹ ਜੋ ਦਿਖਾਵਾਂਗੇ ਅਸੀਂ ਜੀ ਔਰਤਾਂ ਨੂੰ ਬਰਾਬਰ ਦੇ ਹੱਕ ਦੇਵਾਂਗੇ, ਪਰ ਮੇਰੇ ਕੋਲ ਜਿਹੜੀਆਂ ਇਨਫੋਰਮੇਸ਼ਨ ਆ ਰਹੀਆਂ ਅੱਜ ਵੀ ਉੱਦਾਂ ਹੀ ਕਤਲ ਕਰੀ ਜਾਂਦੇ, ਅੱਜ ਵੀ ਔਰਤਾਂ ਨੂੰ ਇੱਦਾਂ ਹੀ ਮਾਰਦੇ ਕੁੱਟਦੇ ਆ। ਜੇ ਬਾਕੀ ਦੇ ਇਸਲਾਮ ਦੇ ਵਿੱਚ ਔਰਤਾਂ ਦਾ ਕੋਈ ਹੱਕ ਨਹੀਂ ਤੇ ਉੱਥੇ ਤਾਲਿਬਾਨ ਦੇ ਵਿੱਚ ਕਿੰਨਾ ਕੋ ਹੱਕ ਦੇ ਸਕਦੇ ਔਰਤਾਂ ਨੂੰ। ਦੈਟਸ ਵਾਟ ਆਈ ਬਿਲੀਵ। ਬਿਲਕੁਲ। ਅੱਛਾ ਡਾਕਟਰ ਸਾਹਿਬ, ਥੋੜਾ ਜਿਹਾ ਪਰਤਦੇ ਆ, ਜਿਹੜੀਆਂ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਸੁਪਰ ਪਾਵਰ ਦਾ ਦੌਰ ਸੀ ਅਮਰੀਕਾ ਦਾ, ਉਹ ਕਿਤੇ ਨਾ ਕਿਤੇ ਹੁਣ ਪੇਤਲਾ ਪੈ ਗਿਆ ਔਰ ਦੁਨੀਆ ਜਿਹੜੀ ਆ ਉਹ ਹੁਣ ਇਹ ਦੇਖ ਰਹੀ ਹੈ ਕਿ ਚੀਨ ਜਿੰਨੀ ਤੇਜ਼ੀ ਨਾਲ ਉੱਭਰਿਆ, ਹੋ ਸਕਦਾ ਆ ਕਿ ਅਗਲੀ ਸੁਪਰ ਪਾਵਰ ਉਹ ਹੋਵੇ। ਜਿਵੇਂ ਹਰ ਇੱਕ ਕਹਿੰਦੇ ਯੁੱਗ ਹੁੰਦਾ, ਪਹਿਲਾਂ ਬ੍ਰਿਟਨ ਦਾ ਯੁੱਗ ਸੀਗਾ ਜਦੋਂ ਕਦੀ ਕਹਿੰਦੇ ਕਿ ਉਹਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ। ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੇ ਹੱਥੇ ਸਾਰਾ ਕੁਝ ਆਇਆ, ਅਮਰੀਕਾ ਨੇ ਚੰਮਦੀਆਂ ਚਲਾਈਆਂ। ਆਪਾਂ ਦੇਖਿਆ ਕਿਸ ਤਰ੍ਹਾਂ ਵੀਅਤਨਾਮ 'ਚ
ਕੋਰੀਆ 'ਚ ਜਿੱਥੇ ਜਿੱਥੇ ਵੀ ਦਖਲਅੰਦਾਜ਼ੀ ਇਹਨਾਂ ਕੀਤੀ ਔਰ ਹੁਣ ਚੀਨ ਦਾ ਯੁੱਗ ਸ਼ੁਰੂ ਹੋਣ ਦੀ ਸੰਭਾਵਨਾ ਕਾਫੀ ਬਣੀ ਹੋਈ ਆ। ਦੂਜੇ ਪਾਸੇ ਖਬਰਾਂ ਇਹ ਆ ਰਹੀਆਂ, ਮੈਂ ਅੱਜ BBC ਦੀ ਇੱਕ ਰਿਪੋਰਟ ਦੇਖ ਰਿਹਾ ਸੀਗਾ ਕਿ ਚੀਨ ਨੇ ਜਿਹੜਾ ਸਮਾਜਵਾਦੀ ਆਪਣਾ ਢਾਂਚਾ ਸੀ ਉਹ ਤੋਂ ਥੋੜਾ ਜਿਹਾ ਥਿੜਕ ਕੇ ਇੱਕ ਪਾਸੇ ਤੇ ਚੀਨ ਨੂੰ ਬਹੁਤ ਗਲੋ ਕੀਤਾ, ਦੁਨੀਆ ਦੀ ਤਾਕਤ ਬਣੀ, ਸੁਪਰ ਪਾਵਰ ਬਣਿਆ, ਪਰ ਦੂਜੇ ਪਾਸੇ ਉਹਨਾਂ ਦੀ ਸੁਸਾਇਟੀ ਵਿੱਚ ਵੀ ਇੰਨਾ ਗੈਪ ਹੋ ਗਿਆ ਜਿਹੜਾ ਕਮਿਊਨਿਸਟ ਸੋਚ ਦੇ ਬਿਲਕੁਲ ਹੀ ਵਿਪਰੀਤ ਜਿਹੜਾ ਵਰਤਾਰਾ ਸੀਗਾ। ਤੇ ਹੁਣ ਜਿਹੜਾ ਸ਼ੀ ਜਿਨਪਿੰਗ ਹੈ ਉਹ ਵਾਪਸ ਕੋਸ਼ਿਸ਼ ਕਰ ਰਿਹਾ ਹੈ ਕਿ ਚੀਨ ਨੂੰ ਦੁਬਾਰਾ ਭਾਵੇਂ ਉਹ ਜਿਹੜਾ ਪਾੜਾ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਦੁਬਾਰਾ ਸਾਮਿਆਵਾਦ ਜਿਹੜਾ ਜਿਹਨੂੰ ਅਸੀਂ ਕਮਿਊਨਿਜ਼ਮ ਕਹਿੰਦੇ ਆ ਉਹਦੀਆਂ ਲੀਹਾਂ ਤੇ ਵਾਪਸ ਮੋੜਿਆ ਜਾਵੇ। ਕੀ ਅੱਜ ਦੇ ਯੁੱਗ 'ਚ ਸੰਭਵ ਹੈ ਕਿ ਚੀਨ ਆਪਣੇ ਮੁਲਕ 'ਚ ਇਦਾਂ ਕਰ ਪਾਏਗਾ? ਦੂਜੇ ਪਾਸੇ ਜਿਹੜੀ ਜਿਸ ਤਰ੍ਹਾਂ ਆਪਾਂ ਇਸਲਾਮਿਕ ਮੁਲਕਾਂ 'ਚ ਕਹਿ ਦਿੰਦੇ ਹਾਂ ਡੈਮੋਕ੍ਰੇਸੀ ਦੀ ਗੱਲ, ਜਿਹੜੇ ਕਮਿਊਨਿਸਟ ਮੁਲਕ ਨੇ ਇਹਨਾਂ ਦੇ ਵਿੱਚ ਵੀ ਜਿਹੜੀ ਡੈਮੋਕ੍ਰੇਸੀ ਆ ਕਹਿਣ ਨੂੰ ਤਾਂ ਕਹਿੰਦੇ ਆ ਕਿ ਪ੍ਰੋਲੋਤਾਰੀ ਦੀ ਡੈਮੋਕ੍ਰੇਸੀ ਹੋਏਗੀ, ਮਜ਼ਦੂਰ ਦੀ ਡੈਮੋਕ੍ਰੇਸੀ ਹੋਏਗੀ, ਪਰ ਉਹ ਸਿਰਫ ਕਹਿਣ ਦੀਆਂ ਗੱਲਾਂ ਨੇ, ਨਾਰੇ ਨੇ। ਤੇ ਸ਼ੀ ਜਿਨਪਿੰਗ ਵਰਗੇ ਲੋਕ ਸਾਰੀ ਉਮਰ ਲਈ ਪ੍ਰੈਜ਼ੀਡੈਂਟ ਬਣ ਜਾਂਦੇ ਆ। ਇਸੇ ਤਰ੍ਹਾਂ ਹੀ ਪੁਤਿਨ ਸਾਹਿਬ ਨੇ ਕੀਤਾ। ਤੁਸੀਂ ਕੀ ਸਮਝਦੇ ਹੋ ਕਿ ਵਾਪਸ 1917 ਵਾਲੇ ਇਨਕਲਾਬ ਦੀਆਂ ਹਾਲਾਤ, ਲੈਲਨ ਦੇ ਜਿਹੜੇ ਸੁਪਨੇ ਸੀ, ਜੋ ਸਹੀ ਮਾਰਕਸਿਜ਼ਮ ਸੀ, ਉਹਦੇ ਵੱਲ ਦੁਨੀਆ ਪਰਤ ਸਕੇਗੀ ਕਦੇ? ਮੈਂ ਮਹਿਸੂਸ ਕਰਦਾ ਕਿ ਅਸਲ ਦੇ ਵਿੱਚ ਕਮਿਊਨਿਜ਼ਮ ਇਨ ਇਟਸੈਲਫ ਇਜ਼ ਡਿਸਫੰਕਸ਼ਨਲ। ਅੱਜ ਜਿਹੜੀ ਚੀਨ ਦੇ ਵਿੱਚ ਜਿਹਨੂੰ ਤੁਸੀਂ ਇੱਕ ਕਮਿਊਨਿਸਟ ਕੰਟਰੀ ਕਹਿ ਰਹੇ ਹੋ, ਉਹ ਕਮਿਊਨਿਸਟ ਕੰਟਰੀ ਨਹੀਂ ਹੈਗੀ। ਹਾਂਗਕਾਂਗ ਦਾ ਰਿਚੈਸਟ ਏਰੀਆ ਜਿਹੜਾ ਉੱਥੇ ਮਲਟੀ ਬਿਲੀਅਨਰ ਲੋਕ ਰਹਿੰਦੇ ਆ, ਅਸਲ ਕੌਮ ਨੂੰ ਉਹ ਚਲਾ ਰਿਹਾ। ਉਹਨਾਂ ਦੀ ਇੰਡਸਟਰੀ ਤੇ ਫਾਈਨੈਂਸ ਤੋਂ ਬਗੈਰ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ 2 ਅਕਤੂਬਰ 1918 'ਚ ਇਨਕਲਾਬ ਆਇਆ, ਉਹਦੇ ਫੇਲ ਹੋਣ ਦਾ ਇੱਕੋ ਸਬਬ ਸੀਗਾ ਮਾਰਕਸ ਲੈਨਿਜ਼ਮ ਔਰ ਮਾਰਕਸਿਜ਼ਮ ਦੇ ਟਾਈਮ ਦੇ ਵਿੱਚ ਕਿ ਉਹਨਾਂ ਨੇ ਕੀ ਕੀਤਾ ਕਿ ਮੇਕ ਰਿਚ ਪੀਪਲ ਪੂਅਰ। ਜਦੋਂ ਫਾਈਨੈਂਸ ਹੀ ਉਹਨਾਂ ਤੋਂ ਖਤਮ ਕਰਦਾ ਸੀ, ਮੁਲਕ ਨੇ ਵਧਣਾ ਕੀ ਸੀ? ਉਹ ਇੱਕ ਸਦੀ ਵੀ ਨਹੀਂ ਚੱਲਿਆ, ਉਹ ਖਤਮ ਹੋ ਗਿਆ। ਇਸ ਲਈ ਜਿਹੜੀ ਚੀਨ ਦੀ ਸਿਚੁਏਸ਼ਨ, ਚੀਨ ਨੇ ਜਿਹੜੀ ਮੈਂ ਅੱਗੇ ਪਹਿਲਾਂ ਸਟੇਟਮੈਂਟ, ਈਦਰ ਚੀਨ ਹੈਜ਼ ਟੂ ਲਿਵ ਵਿਦ ਦਾ ਹੋਲ ਗਲੋਬ, ਉਹਦੇ ਵਿੱਚ ਉਹਨੂੰ ਗਿਵ ਐਂਡ ਟੇਕ ਦੇਣਾ ਪਏਗਾ ਕਿ ਬਹੁਤ ਸਾਰੀਆਂ ਚੀਜ਼ਾਂ ਗਲਤ ਕਰਦੇ ਹਾਂ ਅਸੀਂ, ਬਹੁਤ ਸਾਰੀਆਂ ਚੀਜ਼ਾਂ ਠੀਕ ਕਰਦੇ। ਇਸ ਲਈ ਅੱਜ ਦਾ ਕਮਿਊਨਿਜ਼ਮ, ਆਉਣ ਵਾਲੇ 20 ਸਾਲ ਦਾ ਕਮਿਊਨਿਜ਼ਮ, ਉਹ ਕਮਿਊਨਿਜ਼ਮ ਨਹੀਂ ਹੋਊਗਾ ਜਿਹੜਾ ਮਾਰਕਸ ਦਾ ਜਾਂ ਮਾਓਇਜ਼ਮ ਦਾ ਜਿਹੜਾ ਸੁਪਨਾ ਸੀ। ਉਹ ਇੱਕ ਡਿਫਰੈਂਟ ਕਮਿਊਨਿਜ਼ਮ ਹੋਊਗਾ। ਉੱਥੇ ਵੀ ਇੱਕ ਸਰਮਾਇਆਦਾਰੀ ਬਹੁਤ ਵੱਡੀ ਪਰੰਪਰਾ ਹੀ ਚੱਲਦੀ। ਨਹੀਂ, ਉਹ ਤੇ ਚੱਲ ਰਹੀ ਡਾਕਟਰ ਸਾਹਿਬ, ਤੇ ਦੇਖ ਹੀ ਰਹੀ ਆ। ਮੈਂ ਕਹਿ ਰਿਹਾ ਕਿ ਕੀ ਵਾਪਸ ਪਰਤ ਸਕਦਾ? ਕਿਉਂਕਿ ਜਿਹੜੇ ਹੈਗੇ ਨੇ ਸ਼ੀ ਜਿਨਪਿੰਗ, ਉਹ ਮਹਿਸੂਸ ਕਰ ਰਹੇ ਨੇ ਕਿ ਸੋਸਾਇਟੀ 'ਚ ਇੰਨਾ ਵੱਡਾ ਪਾੜਾ ਹੋ ਗਿਆ। ਚਾਈਨਾ ਨੋ ਡਾਊਟ ਕਿ ਦੁਨੀਆ ਦੀ ਤਾਕਤ ਵੀ ਬਣ ਗਿਆ, ਹਰ ਥਾਂ ਨੇ ਤਰੱਕੀ ਕੀਤੀ, ਸ਼ਾਈਨਿੰਗ ਦਿਖ ਰਿਹਾ ਸਭ ਜਗ੍ਹਾ, ਵੱਡੀਆਂ ਮਲਟੀਪਲ ਬਿਲਡਿੰਗਸ ਬਣ ਗਈਆਂ, ਪਰ ਉਹਦੇ ਬਾਵਜੂਦ ਵੀ ਜਿਹੜਾ ਬੇਸਿਕ ਕਮਿਊਨਿਜ਼ਮ ਦਾ ਸਿਧਾਂਤ ਸੀਗਾ, ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਲੋਕਾਂ ਨੂੰ ਸਮਤਾ ਦਾ ਅਧਿਕਾਰ ਦਿੰਦਾ, ਬਰਾਬਰਤਾ ਦਾ ਅਧਿਕਾਰ ਦਿੰਦਾ, ਉਹ ਖਾਈ ਨਾ ਹੋਵੇ ਅਮੀਰ ਗਰੀਬ ਦੀ, ਉਹਦੇ ਵੱਲ ਪਰਤਣ ਦਾ ਯਤਨ ਕਿਤੇ ਨਾ ਕਿਤੇ ਜਿਹੜੇ ਆ ਉਹ ਜਿਨਪਿੰਗ ਕਰ ਰਹੇ ਆ। ਕੀ ਤੁਹਾਨੂੰ ਲੱਗਦਾ ਕਿ ਇਦਾਂ ਹੋ ਜਾਏਗਾ? ਮੇਰਾ ਖਿਆਲ ਨਹੀਂ ਇੱਦਾਂ ਹੋਏਗਾ। ਕਦੋਂ ਅਸੀਂ ਇਹ ਕਹਿੰਦੇ ਕਿ ਅਮਰੀਕਾ ਦੀ ਇੰਨੀ ਡਿਫੀਟ ਹੋਈ, ਬਲਾ 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 ਬਲਾ, ਯੂਰਪ ਸਾਰਾ ਤੇ ਅਮਰੀਕਾ ਇਹ ਕਦੀ ਵੀ ਨਹੀਂ ਕਰਨਗੇ। ਅਸਲ ਦੇ ਵਿੱਚ ਉਹ ਜਿਹੜੀ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਉਹਦਾ ਪਰਪਸ ਅਸਲ 'ਚ ਇਹੋ ਹੀ ਆ ਕਿ ਹਿੰਦ ਮਹਾਸਾਗਰ ਤੋਂ ਲੈ ਕੇ ਹਿੰਦੁਸਤਾਨ ਤੱਕ ਤੇ ਪਾਕਿਸਤਾਨ ਤੱਕ, ਉੱਥੇ ਜਿਹੜਾ ਵੱਧਦਾ ਇਨਫਲੂਐਂਸ ਹੈਗਾ ਚੀਨ ਦਾ, ਉਹਨੂੰ ਰੋਕਣ ਲਈ ਇਹ ਸਾਰਾ ਕੁਝ ਹੋ ਰਿਹਾ। ਔਰ ਇਹਦੇ ਪਿੱਛੇ ਬਹੁਤ ਬੜਾ ਕੁਝ, ਆਈ ਡੋਂਟ ਵਾਂਟ ਟੂ ਸੇ ਮਚ। ਓਕੇ, ਅੱਛਾ, ਚਲੋ ਡਾਕਟਰ ਸਾਹਿਬ, ਉਹ ਤੁਹਾਡੀ ਕੋਈ ਮਜਬੂਰੀ ਆ, ਉਹ ਤੇ ਆਪਾਂ ਨਹੀਂ ਗੱਲ ਕਰਦੇ। ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਆ। ਅੱਜ ਕੱਲ ਆਸਟ੍ਰੇਲੀਆ, ਫਰਾਂਸ ਵਿੱਚ ਇੱਕ ਤਲਖੀ ਬਣੀ ਹੋਈ ਆ ਪਣਡੁੱਬੀਆਂ ਦੇ ਮਾਮਲੇ ਨੂੰ ਲੈ ਕੇ। ਉਹਦੇ 'ਚ ਬੜੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਇਹ ਦੋਨੇ ਮੁਲਕ ਜਿਹੜੇ ਆ ਇਹ ਮਤਲਬ ਉਸ ਲੌਬੀ ਦੇ ਨੇ, ਯਾਨੀ ਕਿ ਯੂਰਪੀਅਨ ਯੂਨੀਅਨ ਹੈ ਇੱਕ ਪਾਸੇ, ਉਹ ਵੀ ਨਾਟੋ ਨਾਲ ਜੁੜੀ ਹੋਈ ਆ, ਅਮਰੀਕਾ ਨਾਲ ਜੁੜੇ ਹੋਏ ਆ, ਆਸਟ੍ਰੇਲੀਆ ਵੀ ਇੱਦਾਂ ਜੁੜਿਆ ਹੋਇਆ, ਪਰ ਇਹਨਾਂ ਦੀ ਆਪਸੀ ਤਲਖੀ ਜਿਹੜੀ ਵਧਣ ਦੇ ਨਾਲ ਉਹ ਖਿਚਾਅ ਇੱਕ ਪੈਦਾ ਹੋਇਆ। ਇੱਕ ਜੋ ਬਾਈਡਨ ਦੀਆਂ ਨੀਤੀਆਂ ਕਰਕੇ ਕੁਝ ਖਿਚਾਅ ਪੈਦਾ ਹੋਇਆ ਸੀਗਾ। ਅੱਛਾ, ਫਿਰ ਉਸ ਤੋਂ ਬਾਅਦ ਇੱਕ ਵੱਡੀ ਘਟਨਾ ਇਹ ਹੋਣ ਜਾ ਰਹੀ ਆ ਕਿ ਜਰਮਨ ਦੀ ਜਿਹੜੀ ਚਾਂਸਲਰ ਆ, ਉਹਨੇ ਕਹਿਤਾ ਕਿ ਮੈਂ ਹੁਣ ਰਾਜਨੀਤੀ ਤੋਂ ਅਲੱਗ ਹੋਣਾ ਚਾਹੁੰਦਾ। ਉਹ ਬੜੀ ਮਤਲਬ ਧੜੱਲੇਦਾਰ ਲੇਡੀ ਆ, ਉਹਨੂੰ ਬਹੁਤ ਲੋਕ ਪਸੰਦ ਕਰਦੇ ਸੀ, ਉਹਦੇ 'ਚ ਬਹੁਤ ਵੱਡੀ ਲੀਡਰਸ਼ਿਪ ਕੁਆਲਿਟੀ ਵੇਖਦੇ ਸੀ। ਹੋ ਸੋ ਭਵਿੱਖ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹੁਣ ਨਾਟੋ ਕੰਟਰੀ ਸੀਗੇ ਜਾਂ ਜਿਹੜੇ ਮੁਲਕ ਸੀਗੇ ਜਿਹੜੇ ਮਤਲਬ ਵੱਡੀ ਲੋਬੀ ਜਿਹਨੂੰ G20 ਕਹਿੰਦੇ, G9 ਕਹਿੰਦੇ ਆ, ਇਹਨਾਂ ਦੇ ਵਿੱਚ ਵੀ ਕੋਈ ਜਿਹੜਾ ਆ ਉਹ ਡਿਫਰੈਂਸਿਸ ਕ੍ਰੀਏਟ ਹੋ ਗਏ ਨੇ ਜਾਂ ਹੋ ਜਾਣਗੇ ਕਿ ਦੁਨੀਆ ਨਵਾਂ ਰੂਪ ਦੇਖੇਗੀ ਕੋਈ?
ਮੈਂ ਜ਼ਿਆਦਾ ਕੁਛ ਇਹਦੀ ਬਾਬਤ ਨਹੀਂ ਜਾਣਦਾ, ਪਰ ਜੋ ਕੁਛ ਮੈਂ ਪੜ੍ਹਿਆ ਉਹਦੇ ਲਿਹਾਜ਼ ਨਾਲ ਮੈਂ ਇਹ ਮਹਿਸੂਸ ਕਰਦਾ ਕਿ ਅਸਲ ਦੇ ਵਿੱਚ ਮੈਂ ਇਹਨਾਂ ਦੇ ਆਪਣੇ ਕੌਨਫਲਿਕਟ ਦੀ ਗੱਲ ਨਹੀਂ ਕਰੂੰਗਾ, ਫਰਾਂਸ ਦੀ ਜਾਂ ਅਮਰੀਕਾ ਜਾਂ ਆਸਟ੍ਰੇਲੀਆ। ਮੈਂ ਇਸ ਗੱਲ ਦੀ ਕਿ ਸਾਡਾ ਜਿਹੜਾ ਢਾਂਚਾ ਹੈਗਾ, ਜਿਹਨੂੰ ਅਸੀਂ ਹਿੰਦੁਸਤਾਨ ਕਹਿੰਦੇ, ਉਹ ਇਹ ਆ ਕਿ ਕੀ ਉਹ ਸੁਹਿਰਦਤਾ ਨਾਲ ਬਿਜ਼ਨਸ ਵਰਲਡ ਦੇ ਵਿੱਚ ਡਿਫੈਂਸ ਦੀ ਜਾਂ ਆਰਥਿਕ ਤੌਰ 'ਤੇ ਕਰਨਾ ਚਾਹੁੰਦੇ ਕਿ ਆਪਣੇ ਤਰੀਕਾਕਾਰ ਨਾਲ। ਆਪਣੇ ਤਰੀਕਾਕਾਰ ਨਾਲ ਹੈ ਕਿ ਜੇ ਉਹਨਾਂ ਨੂੰ ਆਸਟ੍ਰੇਲੀਆ ਨੇ ਸਸਤੀਆਂ ਸਬਮੈਰੀਨਸ ਦੇ ਦਿੱਤੀਆਂ ਅਤੇ ਫਰਾਂਸ ਦੀਆਂ ਜਿਹੜੀਆਂ ਉਹਨਾਂ ਨੇ ਰਿਜੈਕਟ ਕਰਤੀਆਂ, ਅਤੇ ਉਹ ਛੋਟਾ ਜਿਹਾ ਨੋਟਿਸ ਦੇ ਕੇ ਇਹ ਮਹਿਸੂਸ ਨਹੀਂ ਕਰਦੇ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਆਪਣਾ ਨੰਗੇਜ ਜਿਹੜਾ ਸਾਹਮਣੇ ਕਰਨਗੇ ਕਿ ਇਹਨਾਂ ਦੇ ਜਿਹੜੇ ਪਰਕਸ ਜਿਹੜੇ ਦਿੱਤੇ ਆ ਇਸ ਸੰਧੀ ਦੇ ਵਿੱਚ ਕਿ ਅਸੀਂ ਆਹ ਚੀਜ਼ਾਂ ਤੁਹਾਡੇ ਕੋਲ ਬਾਈ ਕਰਾਂਗੇ, ਜੇ ਉਹ ਕੋਲੈਪਸ ਹੋ ਜਾਂਦੇ, ਜੇ ਫਾਲ ਡਾਊਨ ਹੋ ਜਾਂਦੇ, ਕੀ ਹਿੰਦੁਸਤਾਨ ਆਪਣਾ ਮੂੰਹ ਦਿਖਾਉਣ ਜੋਗਾ ਰਹੇਗਾ ਬਾਕੀ ਲੋਕਾਂ? ਹਾਂਜੀ ਡਾਕਟਰ ਸਾਹਿਬ, ਹੁਣ ਆਪਾਂ ਥੋੜਾ ਜਿਹਾ ਇੱਕ ਗੱਲ ਹੋਰ ਤੁਹਾਨੂੰ ਪੁੱਛ ਲਾਂ ਤੇ ਫਿਰ ਆਪਾਂ 2-3 ਗੱਲਾਂ ਇੰਡੀਆ ਦੇ ਬਾਰੇ ਕਰਨੀਆਂ, ਪੰਜਾਬ ਬਾਰੇ ਖਾਸ ਕਰਕੇ। ਇੱਕ ਗੱਲ ਤੇ ਮੈਂ ਤੁਹਾਨੂੰ ਇਹ ਕਰਨੀ ਚਾਹ ਰਿਹਾ ਕਿ ਜਿਹੜੇ ਇਹ ਅਮੀਰ ਮੁਲਕ ਨੇ, ਅਮਰੀਕਾ, ਕੈਨੇਡਾ, ਈਵਨ ਦੋ ਯੂਰਪ ਦੇ ਵੀ ਕੁਝ ਕੰਟਰੀ, ਜਿਨ੍ਹਾਂ ਨੇ ਬਹੁਤ ਵੱਡੀ ਪੱਧਰ ਤੇ ਬੁੱਕ ਕਰ ਲਈ ਸੀ ਵੈਕਸੀਨ ਕਰੋਨਾ ਦੀ, ਹੁਣ ਉਹਨਾਂ ਕੋਲ ਕਾਫੀ ਜ਼ਿਆਦਾ ਸਰਪਲਸ ਹੈ। ਸਾਡੇ ਕੈਨੇਡਾ ਕੋਲ ਵੀ ਬਹੁਤ ਸਾਰੀ ਸਰਪਲਸ ਆ। ਕੈਨੇਡਾ ਨੇ ਤੇ ਕਹਿ ਦਿੱਤਾ ਕਿ ਅਸੀਂ ਲੋੜਵੰਦ ਗਰੀਬ ਮੁਲਕਾਂ ਨੂੰ ਉਹ ਫ੍ਰੀ ਆਫ ਕਾਸਟ ਜਿਹੜੀ ਉਹ ਦੇਵਾਂਗੇ। ਅਮਰੀਕਾ ਵੀ ਕਹਿ ਰਿਹਾ ਹੈ ਕਿ ਸਾਡੇ ਕੋਲ ਵੀ ਕਾਫੀ ਸਰਪਲਸ ਹੈ। ਹਾਲਾਂਕਿ ਇੱਥੇ ਵੀ ਵਿਵਾਦ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਨਹੀਂ ਲਵਾ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਬਹੁਤ ਸਾਰੇ, ਜਿੱਦਾਂ ਆਪਾਂ ਜਦੋਂ ਅਫਰੀਕਨ ਸਬ ਕੰਟੀਨੈਂਟ ਨੂੰ ਬਿਲਕੁਲ ਹੀ ਭੁੱਲ ਜਾਂਦੇ ਆ, ਜਿੱਥੇ ਉੱਥੇ ਹਵਾ ਹੀ ਨਹੀਂ ਲੱਗੀ ਲੋਕਾਂ ਨੂੰ ਅਜੇ ਤੱਕ, ਵਿਚਾਰਿਆਂ ਨੂੰ ਇੰਨੀ ਗਰੀਬੀ ਹੈ ਕਿ ਉੱਥੇ ਜੇ ਬੇਸਿਕ ਜਿਹੜੀਆਂ ਨੀਡ ਉਹਦੀ ਪੂਰੀਆਂ ਹੋਣੀਆਂ, ਵੈਕਸੀਨ ਤੇ ਬਹੁਤ ਦੂਰ ਦੀ ਗੱਲ ਹੈ। ਬ੍ਰਾਜ਼ੀਲ 'ਚ ਜੋ ਹੋਇਆ ਅਸੀਂ ਦੇਖਿਆ ਆ, ਇੰਡੀਆ 'ਚ ਵੀ ਈਵਨ ਦੋ ਜੋ ਹੋਇਆ ਸੈਕੰਡ ਵੇਵ 'ਚ ਆਪਾਂ ਦੇਖਿਆ ਆ। ਆਪਾਂ ਨੂੰ ਢੱਕ ਲੈਂਦੇ ਆ, ਬੜਾ ਕੁਝ ਢੱਕਿਆ ਗਿਆ, ਰੇਤ ਪਾ ਕੇ ਵੀ ਢੱਕਿਆ ਬੀਚ ਦੇ ਕੰਢੇ ਤੇ, ਪਰ ਫਿਰ ਕੁਦਰਤ ਨੇ ਬਾਹਰ ਕੱਢਤਾ। ਸੋ ਮੋਦੀ ਇਹਨਾਂ ਦੀ ਵੱਡੀ ਫੇਲੂਅਰ। ਅੱਜ ਉਹ ਅਮਰੀਕਾ ਜਾ ਕੇ ਕਹਿ ਰਹੇ ਨੇ ਕਿ ਜਿਹੜੇ ਮੁਲਕਾਂ ਨੇ ਸੈਕੰਡ ਵੇਵ ਵਿੱਚ ਸਾਡਾ ਸਾਥ ਦਿੱਤਾ, ਅਸੀਂ ਬੜਾ ਸੰਘਰਸ਼ ਕੀਤਾ, ਉਹ ਸਮੇਂ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸਮਝ ਨਹੀਂ ਲੱਗੀ ਕਿ ਉਹਨਾਂ ਨੇ ਕਿੱਡਾ ਕੁ ਸੰਘਰਸ਼ ਕੀਤਾ ਲੋਕਾਂ ਨੂੰ ਬਚਾਉਣ ਲਈ। ਉਹਨਾਂ ਤੇ ਸੰਘਰਸ਼ ਕੀਤਾ ਕਿ ਅੰਕੜੇ ਦਬਾਏ ਜਾਣ, ਲੋਕਾਂ ਨੂੰ ਪਤਾ ਨਾ ਲੱਗੇ ਕਿ ਕੀ ਹੋ ਰਿਹਾ ਇੱਥੇ। ਸੋ ਇਹ ਕਾਹਦੀਆਂ ਡੈਮੋਕ੍ਰੇਸੀ ਨੇ ਸਰ? ਮੈਂ ਮਹਿਸੂਸ ਕਰਦਾ ਇੱਕ ਸਟੇਟਮੈਂਟ ਹੈਗੀ ਆ ਡਾਕਟਰ D.N. ਮੋਦੀ ਦੀ, ਪ੍ਰਿੰਸੀਪਲ ਸੀਗੇ ਸ਼ਿਕਾਗੋ ਯੂਨੀਵਰਸਿਟੀ ਦੇ। ਉਹ ਲਿਖਦੇ ਆ, ਫਰੀडम ਇਜ਼ ਨਾਟ ਦਾ ਮਾਈਨਸ ਕੰਡੀਸ਼ਨ ਆਫ ਸਲੇਵਰੀ। ਕਿ ਕਿਸੇ ਕੌਮ ਦੀਆਂ ਸਿਆਸੀ ਜਿਹੜੀਆਂ ਉੱਤੇ ਜਕੜਾਂ ਉਹਨਾਂ ਨੂੰ ਤੋੜ ਦੇਣ ਦਾ ਮਤਲਬ ਆਜ਼ਾਦੀ ਨਹੀਂ ਹੁੰਦਾ। ਐਂਡ ਅੱਗੇ ਜਾ ਕੇ ਉਹ ਲਿਖਦੇ, ਕਹਿੰਦੇ ਕਿ ਆਜ਼ਾਦੀ ਜਾਂ ਤੁਸੀਂ ਕਹਿੰਦੇ ਫਰੀडम ਇਜ਼ ਡੀਪਲੀ ਰੂਟਡ ਵੇਅਰ the security of the people, economy of the people, jobs of the people, and the prosperity of the people is paramount. ਉਹ ਸਾਡੇ ਕੋਲ 1947 15 ਅਗਸਤ ਤੋਂ ਲੈ ਕੇ ਨਹੀਂ ਆਈ। ਹੁਣ 1948 ਦੇ ਵਿੱਚ ਚੀਨ ਆਜ਼ਾਦ ਹੋਇਆ ਸੀ। ਮੈਂ ਮਹਿਸੂਸ ਕਰਦਾ ਕਿ ਉਹਨਾਂ ਦਾ ਸਿਸਟਮ ਡਿਫਰੈਂਟ ਆ, ਉਹਨਾਂ ਦਾ ਵਧਣ ਫੁੱਲਣ ਦਾ ਤਰੀਕਾ ਹੋਰ ਸੀ, ਪਰ ਅਸੀਂ ਵੀ ਤਾਂ ਕੁਝ ਕਰ ਸਕਦੇ ਸੀ। Where I will see the leadership, ਬੇਸ਼ੱਕ ਉਹ ਕਾਂਗਰਸ ਦੀ ਸੀ, ਬੇਸ਼ੱਕ ਇਹ BJP ਦੀ ਸੀ ਜਾਂ ਆਉਣ ਵਾਲੀ ਸਰਕਾਰ ਦੀ ਸੀ, we have utterly and badly failed to give food to the people. ਜੇ ਇੱਕ ਮੁਲਕ ਦੇ ਵਿੱਚ 19.5 ਮਿਲੀਅਨ ਲੋਕ ਹਰ ਰੋਜ਼ ਭੁੱਖੇ ਸੌਂਦੇ ਆ, ਉਹਨਾਂ ਨੂੰ ਕੀ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਇੱਕ ਮੁਲਕ ਨੂੰ ਕਹਿ ਸਕਣ? ਸੋ ਡਾਕਟਰ ਸਾਹਿਬ, ਜਿਹੜੀ ਮੈਂ ਮੈਡੀਸਿਨ ਦੀ ਗੱਲ ਕਰ ਰਿਹਾ, ਵੈਕਸੀਨ ਦੀ ਜਿਹੜੀ ਸਰਪਲਸ ਹੈ ਸਾਡੇ ਮੁਲਕਾਂ 'ਚ, ਇਹਨਾਂ 'ਚ ਜਿਹੜੇ ਅਮੀਰ ਮੁਲਕ ਆ, ਉਹ ਡਿਸਟ੍ਰੀਬਿਊਟ ਕੀ ਹੋ ਜਾਏਗੀ ਟਾਈਮ ਸਿਰ ਕਿ ਵੇਸਟ ਹੋ ਜਾਏਗੀ? ਬਹੁਤ ਸਾਰੇ ਲੋਕਾਂ ਦਾ ਖਦਸ਼ਾ। ਦੇਖੋ ਜੀ, ਉਹ ਘੱਲ ਦੇਣਗੇ ਹਿੰਦੁਸਤਾਨ ਨੂੰ। ਹਿੰਦੁਸਤਾਨ ਗਾਂ ਮੁਲਕ ਦੇ ਵੇਚ ਰਿਹਾ ਲੋਕ। ਕੱਲ੍ਹ ਹਿੰਦੁਸਤਾਨ ਦੀ ਗੱਲ ਨਹੀਂ ਡਾਕਟਰ ਸਾਹਿਬ, ਬਹੁਤ ਸਾਰੇ ਹੋਰ ਅੰਡਰ ਡਿਵੈਲਪਡ ਮੁਲਕ ਨੇ ਜਿੱਥੇ ਬਹੁਤ ਜ਼ਿਆਦਾ ਬੈਡਲੀ ਨੀਡਡ ਹੈ ਜੀ। ਤੇ ਕੀ ਹੈਲਪ? ਹਾਂਜੀ, ਜਿਹੜੀ ਸਿਚੁਏਸ਼ਨ ਹੈ ਨਾ ਜੀ ਗਰੀਬੀ ਦੀ, ਉਹ ਕੱਲੀ ਉਹਨੂੰ ਅਸੀਂ ਇੰਡੀਅਨ ਗਰੀਬੀ ਨਹੀਂ ਕਹਿ ਸਕਦੇ, ਅਸੀਂ ਉਹਨੂੰ ਯੂਨੀਵਰਸਲ ਪਾਵਰਟੀ ਕਹਿੰਦੇ। ਉਸ ਪਾਵਰਟੀ ਲਾਈਨ ਦੇ ਉੱਤੇ ਆ ਕੇ ਜਿਹੜਾ ਸਭ ਤੋਂ ਵੱਡਾ ਧੱਕਾ ਲੱਗਦਾ, ਉਹ ਐਥਿਕਸ ਐਂਡ ਮੋਰਲਸ ਲੋਕਾਂ ਨੇ ਜਾਂਦੇ ਨੇ। ਉਹਦੇ ਵਿੱਚ ਕੀ ਕਰਨਗੇ? ਉਹ ਬਲੈਕ ਕਰਨਗੇ, ਉਹ ਲੋਕਾਂ ਨੂੰ ਐਕਸਪਲੋਇਟ ਕਰਨਗੇ। ਜਿਹੜੇ ਮਰਦੇ ਨਾ,
ਜਿਹੜੇ ਜੀਂਦੇ ਹੈਗੇ ਇਸ ਵੇਲੇ ਹਿੰਦੁਸਤਾਨ ਖਾਸ ਕਰਕੇ ਉਸ ਹਾਲਾਤ ਚੋਂ ਨਹੀਂ ਗੁਜ਼ਰਿਆ, ਸਰਵਾਈਵਲ ਆਫ ਦਾ ਫਿਟਨੈਸ, ਕਿ ਜਿਹੜੇ ਬਚ ਜਾਣਗੇ ਉਹ ਬਚ ਜਾਣਗੇ, ਜਿਹੜੇ ਮਰਦੇ ਮਰ ਜਾਣਗੇ। ਯਾਨੀ ਕਿ ਕਹਿੰਦੇ ਨੇ ਰਾਮ ਭਰੋਸੇ ਦੁਨੀਆ। ਰਾਮ ਭਰੋਸੇ ਦੀ ਪੂਰੀ ਗੱਲ ਹੈ। ਅੱਛਾ ਡਾਕਟਰ ਸਾਹਿਬ, ਲਾਸਟ 'ਚ ਆਪਾਂ ਆਪਣੇ ਉਹ ਸਟੇਟ ਵੱਲ ਪਰਤੀਏ ਜਿੱਥੇ ਅਸੀਂ ਆਏ ਆ, ਪੰਜਾਬ। ਸਾਨੂੰ ਇੱਥੇ ਬੈਠਿਆਂ ਨੂੰ ਪੰਜਾਬ ਦਾ ਬਹੁਤ ਫਿਕਰ ਰਹਿੰਦਾ ਤੇ ਪੰਜਾਬ 'ਚ ਜੋ ਨਿਤ ਦਿਨ ਹੁੰਦਾ ਉਹਦੀ ਚਰਚਾ ਆਪਾਂ ਜ਼ਿਆਦਾ ਕਰਦੇ ਆ। ਆਪਾਂ ਆਪਣੇ ਪ੍ਰੋਗਰਾਮ 'ਚ ਪੰਜਾਬ ਦੀ ਗੱਲ ਨਹੀਂ ਕੀਤੀ, ਜ਼ਿਆਦਾ ਚਰਚਾ ਇੱਥੋਂ ਦੀ ਕੀਤੀ ਆ, ਕਿਉਂਕਿ ਹੁਣ ਸਾਡੀਆਂ ਡਿਮਾਂਡਸ ਵੀ ਇਹ ਸ਼ੁਰੂ ਹੋ ਗਈਆਂ ਕਿ ਆਪਾਂ ਜਿੱਥੇ ਰਹਿੰਦੇ ਆ ਉੱਥੋਂ ਦੀ ਚਿੰਤਾ ਜ਼ਿਆਦਾ ਕਰਿਆ ਕਰੀਏ। ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਇੱਕ ਸਨੇਹ, ਇੱਕ ਮੋਹ ਦਾ ਰਿਸ਼ਤਾ ਹੈ ਸਾਡਾ ਉਸ ਧਰਤੀ ਨਾਲ। ਚਾਹੇ ਅਸੀਂ ਉੱਥੋਂ ਅੱਕ ਕੇ ਨਿਕਲੇ ਆ, ਚਾਹੇ ਅਸੀਂ ਉੱਥੇ ਕਈ ਚੀਜ਼ਾਂ ਸਮਝਦੇ ਸੀ ਕਿ ਸਾਨੂੰ ਬਰਾਬਰ ਦੇ ਮੌਕੇ ਨਹੀਂ ਮਿਲ ਰਹੇ ਤੇ ਅਸੀਂ ਚੰਗੇ ਭਵਿੱਖ ਦੀ ਤਲਾਸ਼ 'ਚ ਨਿਕਲੇ ਆ ਬਾਹਰ, ਪਰ ਫਿਰ ਮੁੜ ਕੇ ਉਸ ਧਰਤੀ ਦਾ ਮੋਹ ਜਿਹੜਾ ਉਹ ਸਾਨੂੰ ਖਿੱਚ ਪਾਉਂਦਾ ਆ। ਤੇ ਉੱਥੋਂ ਤੋਂ ਜੋ ਸੈਨਾਰੀਓ ਚੱਲ ਰਿਹਾ, ਪੋਲੀਟੀਕਲ ਜਿਹੜਾ ਯੁੱਧ ਚੱਲ ਰਿਹਾ, ਇਲੈਕਸ਼ਨ ਆ ਰਹੀ ਆ 22 ਦੀ, ਤੇ 47 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸਿਆ ਕਿ ਫੂਡ ਤੱਕ ਨਹੀਂ ਦੇ ਸਕੇ ਲੋਕਾਂ ਨੂੰ ਪ੍ਰੋਪਰ। ਉਹਨੂੰ ਆਜ਼ਾਦੀ ਨੂੰ ਅਸੀਂ ਕੀ ਕਹੀਏ, ਆਜ਼ਾਦੀ ਕਾਹਦੀ ਆ? ਪਰ ਜਿਹੜੀ ਲੜਾਈ ਆ, ਸਿਰ ਵੱਢਵੀਂ ਲੜਾਈ ਲੀਡਰਾਂ ਦੀ ਆਪਸੀ, ਔਰ ਉਹ ਸਿਆਸੀ ਲੜਾਈ ਤੋਂ ਹਟ ਕੇ ਨਿੱਜੀ ਲੜਾਈ, ਤੇ ਉਹ ਵੀ ਬਹੁਤ ਨੀਵੀਂ ਪੱਧਰ ਦੀ ਲੜਾਈ ਸ਼ੁਰੂ ਹੋ ਗਈ ਆ। ਇਹਦਾ ਕੀ ਅੰਤ ਹੋਏਗਾ ਔਰ ਉਹਦਾ ਪੰਜਾਬ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਭਵਿੱਖ 'ਚ ਪੰਜਾਬ ਦੇ ਉੱਤੇ ਕੀ ਅਸਰ ਪਏਗਾ ਲੋਕਾਂ ਤੇ? ਦੇਖੋ ਜੀ, ਕਿਸੇ ਨੇ ਮੁਆਵਜ਼ੇ ਤੋਂ ਪੁੱਛਿਆ ਸੀ ਕਿ ਇੱਕ ਵਾਰੀ ਕਿ ਸਿਆਸਤ ਕੀ ਹੁੰਦੀ ਹੈ, ਉਹਨੇ ਇੱਕ ਵਰਡ ਕਿਹਾ ਸੀ, ਰੋਟੀ। ਇੱਕ ਹੀ ਵਰਡ ਕਹਿ ਕੇ ਤਾਂ ਬਾਕੀ ਜਿਹੜੇ ਸੀ ਜਰਨਲਿਸਟ ਪੁੱਛੇ ਵੀ ਗਾਂ ਵੀ ਕੁਝ ਕਹੋ, ਕਹਿੰਦਾ ਰੋਟੀ। ਕਹਿੰਦੇ ਜੀ ਹੋਰ ਕੁਝ? ਰੋਟੀ ਆ, ਰੋਟੀ 3 ਵਾਰੀ ਉਹਨੇ ਕਿਹਾ। ਜੇ ਅੱਜ ਕਿਸਾਨ ਪੰਜਾਬ ਦਾ, ਜੇ ਕਿਸੇ ਵਕਤ ਪੰਜਾਬ ਨੂੰ ਅੰਨਦਾਤਾ ਸਾਰੇ ਹਿੰਦੁਸਤਾਨ ਦਾ ਕਿਹਾ ਜਾਂਦਾ ਸੀ, ਇਸ ਵੇਲੇ ਉਹਦੀ ਹਾਲਾਤ ਇਹ ਆ ਕਿ ਉਹਨੂੰ ਇਹ ਕੋਈ ਪਤਾ ਨਹੀਂ ਲੱਗਦਾ ਮੈਂ ਕੀ ਬੀਜਣਾ, ਕੀ ਵੱਢਣਾ, ਤੇ ਜੇ ਮੈਂ ਵੱਢ ਵੀ ਲਊਂ ਤਾਂ ਉਹ ਕਿੱਥੇ ਉਹ ਵਿਕਣਾ। ਹਿੰਦੁਸਤਾਨ ਦੇ ਵਿੱਚ ਇੱਕ ਮੋਨੋਪਲੀ ਬਹੁਤ ਵੱਡੇ ਲੈਵਲ ਤੇ ਅਡਵਾਨੀ ਤੇ ਅੰਦਾਨੀ ਵਗੈਰਾ ਦੀ ਇੱਦਾਂ ਜਿਨ੍ਹਾਂ ਦੀ ਉਹ ਚੱਲ ਰਹੀ, ਉਹ ਇੱਦਾਂ ਦੀ ਆ ਕਿ ਆਉਣ ਵਾਲੇ ਵਕਤ ਦੇ ਵਿੱਚ ਇੱਕ ਬਹੁਤ ਵੱਡੀ ਕਾਰਪੋਰੇਸ਼ਨ ਮੋਨੋਪਲੀ ਦੀ ਪੈਦਾ ਹੋਏਗੀ, ਜਿਹੜੀ ਡਿਟਰਮਿਨ ਕਰੇਗੀ ਜਿੱਥੇ ਕਿਸਾਨ ਜਿਹੜਾ ਉਹ ਮੋਰਚਾ ਲਾ ਕੇ ਬੈਠਾ ਔਰ ਜਿਹਨੂੰ ਬਹੁਤ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਉਹ ਇਹੋ ਹੀ ਆ ਕਿ ਉਸ ਵਿਚਾਰੇ ਕੋ ਕਿਸਾਨ ਕੋ ਉਹ ਉਹੀ ਪੈਦਾ ਕਰਾਉਣਗੇ ਜਿਹੜਾ ਉਹ ਚਾਹੁੰਦੇ ਆ, ਉਹੀ ਪ੍ਰਾਈਸ ਦੇਣਗੇ ਜਿਹੜਾ ਉਹ ਚਾਹੁੰਦੇ ਆ, ਤੇ ਉਹ ਗਰੀਬ ਤੋਂ ਗਰੀਬ ਹੁੰਦਾ ਜਾਏਗਾ। ਤੇ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਕਿਸਾਨ ਪੰਜਾਬ ਦਾ, ਜਾਂ ਤਾਂ ਉਹ ਖੁਦਕੁਸ਼ੀਆਂ ਵੱਲ ਨੂੰ ਜਾਏਗਾ, ਜਾਂ ਆਪਣੀਆਂ ਜ਼ਮੀਨਾਂ ਵੇਚ ਕੇ ਉਹ ਦੁਕਾਨਾਂ ਕਰ ਲਏਗਾ, ਜਾਂ ਟਰਾਂਸਪੋਰਟ 'ਚ ਚਲਾ ਜਾਏਗਾ। ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਪਿੰਡਾਂ ਦੀਆਂ ਉਹ ਇਹ ਬੈਂਕਸ ਖਰੀਦ ਲੈਣਗੇ, ਤੇ ਜਿਹੜਾ ਸਰਫਡਮ ਦਾ ਸਿਲਸਿਲਾ ਸੀ ਇਜਾਰਾਦਾਰੀ ਦਾ, ਤੇ ਜਿਹੜਾ ਮਤਲਬ ਛੋਟੇ ਵਿਚਾਰੇ ਮਜ਼ਦੂਰ, ਖੇਤ ਮਜ਼ਦੂਰੀ ਦਾ ਸਰਫ ਨੂੰ ਅਸੀਂ ਕਹਿ ਸਕਦੇ, ਤੇ ਪਿੰਡ ਦੇ ਵਿੱਚ 1 ਜਾਂ 2 ਲੋਕ ਜਿਹੜੇ ਬੈਂਕ ਕੋਲ ਜ਼ਮੀਨ ਲੈ ਕੇ ਉਹ ਜ਼ਿਮੀਂਦਾਰ ਹੋਣਗੇ, ਬਾਕੀ ਜਿਹੜੇ ਉਹਦੇ ਅੰਡਰ ਜਿਹੜੇ ਮੁਜ਼ਾਹਰਿਆਂ ਦੇ ਤੌਰ 'ਤੇ ਕੰਮ ਕਰਨਗੇ। ਇਸ ਤਰਫ ਨੂੰ ਹਿੰਦੁਸਤਾਨ ਤੁਰਿਆ ਜਾ ਰਿਹਾ। ਦੂਜੀ ਰਹਿ ਗਈ ਗੱਲ ਇਹ ਕਿ ਜਿਹੜਾ ਸਾਡੇ ਐਕਸਡਸ ਲੱਗਾ ਹੋਇਆ ਨਾ, ਸਮਝੇ ਨਾ, ਜਿਹੜਾ ਉੱਥੋਂ ਲੋਕ ਭੱਜ ਰਹੇ, ਉਹ ਜਿਹੜੇ ਭੱਜ ਰਹੇ ਸਾਡੀਆਂ ਅਗਰ ਜਨਰੇਸ਼ਨ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਇੱਥੇ ਕੈਨੇਡਾ 'ਚ ਹੀ ਆਉਂਦੇ, ਉਹਨਾਂ ਲੋਕਾਂ ਨੇ ਵਾਪਸ ਨਹੀਂ ਜਾਣਾ, ਉੱਥੇ ਭੁੱਖਮਰੀ ਨਾਲ ਕੀ ਕਰਨਗੇ ਉਹ। ਇਸ ਲਈ ਜਿਹੜਾ ਦੁਨੀਆ ਦਾ ਸਾਰੇ ਦਾ ਸਾਰਾ ਪਿਵਟ ਹੈ ਉਹ ਹਿੱਲਿਆ ਪਿਆ, ਖਾਸ ਕਰਕੇ ਸਾਡੇ ਰੈਫਰੈਂਸ ਟੂ ਦਾ ਪੰਜਾਬ। ਉਹ ਇਹ ਆ ਕਿ ਆਉਣ ਵਾਲੇ ਕਈ ਵਾਰੀ ਤਾਂ ਅਸੀਂ ਇਮੀਗ੍ਰੇਸ਼ਨ ਸਾਡੀ ਜਿੱਦਾਂ 1947 'ਚ ਹੋਇਆ ਕਿ ਅਸੀਂ ਇੱਕ ਪਾਸਿਓਂ ਉੱਠ ਕੇ ਦੂਜੇ ਪਾਸੇ ਆ ਗਏ, ਦੂਜੇ ਪਾਸਿਓਂ ਉੱਧਰ ਚਲੇ ਗਏ। ਹੁਣ ਅਸੀਂ ਜਾਣ ਬੁੱਝ ਕੇ ਆਪਣੇ ਭੁੱਖਮਰੀ ਨੂੰ ਸਾਹਮਣੇ ਰੱਖਦੇ ਹਾਂ, ਬਾਕੀ ਮੁਲਕਾਂ ਦੇ ਵਿੱਚ ਧੱਕੇ ਖਾਂਦੇ, ਆਸਟ੍ਰੇਲੀਆ, ਇੱਥੋਂ ਤੱਕ ਕਿ ਅਸੀਂ ਮਿਡਲ ਈਸਟ ਦੇ ਵਿੱਚ ਵੀ ਜਾਣ ਉਤਰ ਰਹੇ, ਸਾਰੇ ਯੂਰਪ ਦੇ ਵਿੱਚ ਜਾਂ ਇੱਥੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਤੁਰੇ ਫਿਰਦੇ। ਤੇ ਇਹ ਸਾਡਾ ਚੋਇਸ ਨਹੀਂ, ਇਹ ਭੁੱਖ ਨੇ ਸਾਨੂੰ ਮਜਬੂਰ ਕੀਤਾ, ਤੇ ਇਸ ਲਈ ਸਾਡਾ ਸਾਹਮਣੇ ਭਵਿੱਖ ਜਿਹੜਾ ਉਹ ਐਡਾ ਸੋਹਣਾ ਨਹੀਂ ਹੈ। ਸੋ ਤੁਹਾਨੂੰ ਫਿਊਚਰ ਕੋਈ ਨਜ਼ਰ ਨਹੀਂ ਆ ਰਿਹਾ? ਤੁਹਾਨੂੰ ਲੱਗਦਾ ਹੈ ਕਿ ਅਸੀਂ ਪਿਛਲ ਕੁੜੀ ਫੇਰ ਫਿਊਡਲ ਸੋਸਾਇਟੀ ਜਿਹੜੀ ਆ ਉਹਦੇ ਵੱਲ ਵੱਧ ਰਹੇ ਆ? ਹਾਲਾਂਕਿ ਇਹਨਾਂ ਮੁਲਕਾਂ 'ਤੇ ਇੰਡਸਟਰੀ ਕਰਕੇ ਕੈਪੀਟਲਿਜ਼ਮ ਜਿਹੜਾ ਉਹ ਗਰੋ ਕੀਤਾ ਸੀ, ਪਰ ਸਾਡੇ ਮੁਲਕਾਂ 'ਤੇ ਨਾ ਇੰਡਸਟਰੀ ਆ, ਨਾ ਕੋਈ ਇੱਥੇ ਚਾਂਸ ਨੇ। ਜਿਹੜੀ ਪਾਪੂਲੇਸ਼ਨ ਹੈ ਬਹੁਤ ਜ਼ਿਆਦਾ ਆ, ਜਿਹੜੀ ਹੋਲਡਰ ਹੈ ਥੋੜੀ ਬਹੁਤੀ ਜ਼ਮੀਨਾਂ ਦੀ ਵੈਸੇ ਤਾਂ ਰਹਿ ਵੀ ਨਹੀਂ ਗਈ, 2-2 4-4 ਕਿੱਲਿਆਂ ਦੇ ਮਾਲਕ ਜ਼ਿਆਦਾ ਨੇ, ਤੇ ਉਹ ਵੀ ਖੋਣ ਦੀ ਸਰਕਾਰਾਂ ਨੇ ਨੀਅਤ ਬਣਾ ਲਈ। ਤੇ ਕੀ ਲੱਗ ਰਿਹਾ ਹੁਣ ਤੁਹਾਨੂੰ, ਲੱਗ ਰਿਹਾ ਕਿ ਅਸੀਂ ਪਿਛਾਂਹ ਨੂੰ ਮੁੜ ਕੇ ਉਸੇ ਫਿਊਡਲ ਯੁੱਗ ਵੱਲ, ਜ਼ਗੀਰਦਾਰੀ ਪ੍ਰਥਾ ਵੱਲ ਜਾਵਾਂਗੇ? ਯੈਸ, ਇਟ ਲੁਕਸ ਲਾਈਕ
ਕਿਉਂਕਿ ਹਰ ਇੱਕ ਚੀਜ਼ ਇਦਾਂ ਹੀ ਬਦਲਦੀ ਹੈ ਕਿ ਹੁਣ ਜੇ ਉਹ ਜ਼ਮੀਨਾਂ ਜਿਹਦੇ ਕੋਲ 2.5 ਏਕੜ ਰਹਿ ਗਈ ਹੈ, ਉਹ ਜ਼ਮੀਨਦਾਰ ਅਰਥ ਨਹੀਂ ਕਰੂਗਾ, ਉਹ ਵੇਚ ਕੇ ਟਰੱਕ ਲੈ ਲਊ ਜਾਂ ਟੈਕਸੀ ਲੈ ਲਊ ਜਾਂ ਦੁਕਾਨ ਪਾ ਲੂਗਾ। ਤੇ ਅਲਟੀਮੇਟਲੀ ਬੈਂਕ ਦੇ ਕੋਲ ਉਹ ਜਾ ਕੇ ਕਹੂਗਾ ਕਿ ਆ ਲਓ ਜੀ ਮੇਰੇ 3 ਕਿੱਲੇ ਹੈਗੇ ਰਹਿ ਗਏ ਤੇ ਇਹਨੂੰ ਤੁਸੀਂ ਖਰੀਦ ਲਓ, ਲੈ ਲਓ, ਮੈਨੂੰ ਪੈਸੇ ਦਿਓ। ਤੇ ਬੈਂਕ ਸਾਰੇ ਜਿਹੜੇ ਉਹ ਸਾਰੇ ਵੱਡੇ ਵੱਡੇ ਜਿੰਨੇ ਸਰਮਾਏਦਾਰ ਉਹਨਾਂ ਦੇ ਉਹ ਲੈ ਕੇ ਗਾਂ ਫਿਰ ਜਿਹੜਾ ਵੱਡਾ ਜ਼ਿਮੀਂਦਾਰ ਹੈ, ਹੁਣ ਬੂਟਾ ਸਿੰਘ ਸਾਡੇ ਪਿੰਡ ਵਾਲਾ ਉਹਦੇ 15 ਏਕੜ ਹੁੰਦੀ ਸੀ, ਇਸ ਵੇਲੇ 65 ਏਕੜ ਦੇ ਕਰੀਬ ਜ਼ਮੀਨ, ਕਿਉਂਕਿ ਛੋਟੀ ਛੋਟੀ ਜ਼ਮੀਨ ਜਿਹੜੀ ਲੋਕਾਂ ਨੇ ਵੇਚੀ ਤਾਂ ਉਹਨਾਂ ਨੇ ਖਰੀਦੇ। ਇਸੇ ਤਰ੍ਹਾਂ ਹੀ ਜਿਹੜਾ ਫਿਊਡਲਿਜ਼ਮ ਆ ਉਹ ਮੁੜ ਕੇ ਫਿਰ ਸਾਹਮਣੇ ਸਾਡੇ ਆਵੇਗਾ। ਤੇ ਪੰਜਾਬ ਦੀ ਜਿਹੜੀ ਹਾਲਤ ਆ, ਮੈਂ ਸਾਰਾ ਇਹ ਇਲਜ਼ਾਮ ਗੌਰਮੈਂਟ ਤੇ ਨਹੀਂ ਦਿੰਦਾ, ਜਿਹੜੀ ਸਾਡਾ ਸਿਸਟਮ ਆ ਡਿਵੀਜ਼ਨ ਆਫ ਫਰੈਗਮੈਂਟੇਸ਼ਨ ਆਫ ਹੋਲਡਿੰਗ, ਸਾਡੀ ਜ਼ਮੀਨ ਦੇ ਟੁਕੜੇ ਹੋਣਾ ਜਿਹੜਾ, ਉਹ ਸਾਡੇ ਕਾਨੂੰਨ ਵਿੱਚ ਆ। ਉਹਦੇ ਨਾਲ ਇੱਕ ਪਿਓ ਦੇ 5 ਪੁੱਤ ਹੈਗੇ ਤੇ ਉਹਦਾ 25 ਏਕੜ 5 ਏਕੜ ਰਹਿ ਹੀ ਜਾਣੀ ਹੈ। ਹਾਲਾਂਕਿ ਇਹ ਸਿਸਟਮ ਜਿਹੜਾ ਕੈਨੇਡਾ 'ਚ ਤੇ ਅਮਰੀਕਾ ਖਾਸ ਕਰ ਇੰਗਲੈਂਡ 'ਚ ਇੱਦਾਂ ਨਹੀਂ ਹੈਗਾ। ਜਿਹੜੀ ਜ਼ਮੀਨ ਆ ਉਹ ਵੱਡੇ ਲੜਕੇ ਕੋਈ ਜਾਂ ਲੜਕੀ ਕੋਈ ਜਾਊਗੀ, ਬਾਕੀ ਜਿਹੜੇ ਉਹਦਾ ਪਾਰਟ ਲੈ ਕੇ ਅਲੱਗ ਹੋ ਜਾਂਦੇ, ਜ਼ਮੀਨ ਨੂੰ ਉਹ ਡਿਵਾਈਡ ਨਹੀਂ ਕਰਦੇ। ਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ। ਸਮਾਂ ਆਪਣਾ ਹੋ ਗਿਆ ਜੀ, ਬਹੁਤ ਵਧੀਆ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਸਾਨੂੰ ਦੱਸੀਆਂ ਨੇ, ਬਹੁਤ ਭਰਪੂਰ ਜਾਣਕਾਰੀ ਤੁਸੀਂ ਦਿੱਤੀ ਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਜੀ। ਆਈ ਫੀਲ ਪਲੇਜ਼ਰ ਟੂ ਟਾਕ ਵਿਦ ਯੂ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ।